ਮੈਂ ਅੱਜ ਵੀ ਕਈ ਲੋਕਾਂ ਤੋਂ ਗੱਲ ਕਰਦਾ, ਉਹ ਕਹਿੰਦੇ ਭਾਜੀ ਆਇਲਟਸ ਨਹੀਂ ਨਿਕਲਦਾ। ਆਈ ਐਮ ਸੌਰੀ, ਨਹੀਂ ਨਿਕਲਦਾ ਤੇ ਨਾ ਹੋਇਆ, ਜ਼ਰੂਰੀ ਥੋੜੀ ਇੱਥੇ ਆਣਾ ਹੈ। I have lived in 3 different countries outside of India and I had never faced racism. Rather, ਇਸ ਪਗੜੀ ਨੇ ਮੈਨੂੰ ਬਹੁਤ ਜ਼ਿਆਦਾ ਡਿਫਰੈਂਸ਼ੀਏਟਿੰਗ ਫੈਕਟਰ ਦਿੱਤਾ ਸੀ। ਬਟ ਕੈਨੇਡਾ ਆ ਕੇ ਚੇਂਜਡ, ਬਿਕੋਜ਼ ਕੈਨੇਡਾ ਆ ਕੇ ਜੋ ਮੈਨੂੰ racism feel ਹੋਇਆ, not from Gore, from our own people, from our own Punjabi people. Believe me, most of the time I heard the word Jat was in songs and ਉਹ ਮੈਨੂੰ ਚੰਗਾ ਲੱਗਦਾ ਸੀ। ਮੈਂ ਕਿਹਾ ਵੈਰੀ ਗੁੱਡ, ਓਕੇ, ਬਟ ਮੈਨੂੰ ਇਹ ਨਹੀਂ ਪਤਾ ਸੀ Jat means something else। ਇੱਥੇ ਆ ਕੇ ਨਾ ਮੈਨੂੰ ਉਹ ਫੀਲ ਕਰਾਇਆ ਗਿਆ ਕਿ you are not a Jat। ਲੋਕ 2018 ਚ ਆਏ, I see many people they are struggling to get the PR। 6 ਸਾਲਾਂ ਚ ਲੋਕਾਂ ਦੀ PR ਨਹੀਂ ਹੋਈ। ਮੈਂ ਸਟਰਗਲ ਫੇਸ ਕੀਤਾ ਸੀ ਜਦ ਮੈਂ ਆਪਣੇ 20s ਦੇ ਵਿੱਚ ਸੀ। ਜਦ ਮੈਂ ਆਪਣੀ ਇੰਜੀਨੀਅਰਿੰਗ ਕਰੀ, ਡਿਊਰਿੰਗ ਮਾਈ ਇੰਜੀਨੀਅਰਿੰਗ we lost our mom, we had family issues. My wife was very supportive. I remember when we were moving here, she sold all her jewelry for us. She sold all her jewelry, we sold our cars, bikes, whatever we had, just to show that money. People don't disclose this, but ਮੈਨੂੰ ਕੋਈ ਸ਼ਰਮ ਨਹੀਂ ਹੈ, ਕਿਉਂਕਿ ਨਾ ਇਹ ਚੀਜ਼ਾਂ ਬਣ ਵੀ ਜਾਂਦੀਆਂ ਹਨ, ਵਿਗੜ ਵੀ ਜਾਂਦੀਆਂ ਹਨ। ਤੁਸੀਂ ਉਤਰਦੇ ਸੀ, ਸਭ ਤੋਂ ਪਹਿਲੇ ਤੁਹਾਡੇ ਪਾਸਪੋਰਟ ਰੱਖੇ ਜਾਂਦੇ ਸੀ ਦੁਬਈ ਦੇ ਵਿੱਚ। ਫਰੀਡਮ, ਜੋ ਤੁਸੀਂ ਕਿਹਾ ਨਾ, ਫਰੀਡਮ ਨਹੀਂ ਹੁੰਦੀ ਸੀ। ਜਾਂਦੇ ਹੀ ਪਾਸਪੋਰਟ ਲੈ ਕੇ ਲੋਕਰ ਦੇ ਵਿੱਚ, ਜਿਹੜਾ ਮੇਰਾ ਡਰਾਈਵਰ ਹੁੰਦੇ ਸੀ ਨਾਲ, ਮੈਂ ਉਹਨਾਂ ਨੂੰ ਕਿਹਾ ਯਾਰ ਮੈਨੂੰ ਗੁਰਦੁਆਰੇ ਲੈ ਚਲੋ, ਯਾਨੀ ਮੈਂ ਨਹੀਂ ਲੈ ਕੇ ਜਾਂਦਾ। ਬਟ ਵਾਈ ਹੀ ਸੈਡ ਨੋ? ਵਾਈ ਯੂ ਚੂਜ਼ ਟੂ ਬੀ ਅ ਰੀਅਲਟਰ? ਤੁਸੀਂ ਰੀਅਲਟਰ ਬਣਨ ਦਾ ਹੀ ਕਿਉਂ ਸੋਚਿਆ? ਪੈਸੇ, ਕੋਈ ਪੈਸੇ ਨਹੀਂ ਸੀ। ਮੈਂ, ਤੁਸੀਂ ਅਗਰ ਮੇਰਾ ਬੈਕਗਰਾਉਂਡ ਸੁਣ ਲੋਗੇ ਨਾ, ਤੁਸੀਂ ਯੂ ਵਿਲ ਬੀ ਸਟੰਡ। ਆਈ ਬ੍ਰੌਟ ਜ਼ੀਰੋ ਕੈਸ਼, ਆਈ ਐਂਟਰਡ ਇਨਟੂ ਦ ਕੰਟਰੀ। ਮੈਂ ਕਿਹਾ ਉਹ ਵੀ ਸੋਚਾਂਗੇ ਜਿਹੜਾ ਬੰਦਾ ਕੁੱਤਾ ਨਾਲ ਲਿਆ ਰਿਹਾ ਰਹੀ ਸੀ ਹੋਣਾ, ਇਹਨਾਂ ਤੋਂ ਕੀ ਪ੍ਰੂਫ ਆਫ ਫੰਡ ਮੰਗਣਾ। ਮੈਂ ਆਪਣੀ ਸਾਰੀ ਫੈਮਿਲੀ ਨੂੰ ਇਹੀ ਕਹਿ ਕੇ ਲਿਆਇਆ ਸੀ, ਰੇਸ 'ਚ ਨਹੀਂ ਪੈਣਾ ਆਪਾਂ ਟੈਨਸ਼ਨ ਨਹੀਂ ਲੈਣੀ, ਆਪਾਂ 9 to 5 ਕਰਾਂਗੇ, ਵੀ ਡੋਂਟ ਵਾਂਟ ਟੂ ਗੈਟ ਇਨਟੂ ਰੇਸ। ਕੋਈ ਵੀ ਬੰਦਾ ਜਿਹੜਾ ਹੈ ਨਾ, ਜੋ ਥੋੜੀ ਵੀ ਮਿਹਨਤ ਕਰੇਗਾ, ਉਹ ਇੱਥੇ $5 ਲੱਖ ਤੇ ਬਣਾਏਗਾ। ਅੱਛਾ, ਅਗਰ ਨਹੀਂ ਬਣਾ ਰਹੇ, ਮੈਂ ਅੱਜ ਵੀ ਉਹੀ ਚੀਜ਼ ਕਹਿੰਦਾ, ਤਾਂ ਤੁਸੀਂ ਆਪਣੇ ਪੋਟੈਂਸ਼ੀਅਲ ਨੂੰ ਨਾ ਯੂਟਿਲਾਈਜ਼ ਨਹੀਂ ਕੀਤਾ। 2 ਸਾਲ ਤਾਂ ਲੋਕ ਕਹਿੰਦੇ ਰੀਅਲ ਏਸਟੇਟ ਦੇ ਲਾਇਸੈਂਸ ਲੈਣ 'ਚ ਲੱਗ ਜਾਂਦੇ। ਅਗਰ ਤੁਹਾਨੂੰ ਇੰਗਲਿਸ਼ ਨਹੀਂ ਆਉਂਦੀ, ਫਿਰ ਤੁਹਾਨੂੰ ਸਟਰਗਲ ਸਾਰੀ ਇੰਗਲਿਸ਼ ਤੋਂ ਸਾਰੀ ਸਟਰਗਲ। ਇਨ ਪੰਜਾਬੀ ਬੰਦੇ ਨੂੰ ਹਮੇਸ਼ਾ ਇਸ ਤਰ੍ਹਾਂ ਵੀ ਦੇਖਿਆ ਜਾਂਦਾ ਹੈ ਕਿ ਇਹਨਾਂ ਨੂੰ ਨਹੀਂ ਆਉਂਦੀ ਆਉਣੀ। ਹੈਲੋ ਜੀ, ਆਈ ਹੋਪ ਯੂ ਆਰ ਡੂਇੰਗ ਵੈਲ। ਲੈਟ ਮੀ ਸਪੀਕ ਪੋਡਕਾਸਟ ਦੇ ਨਵੇਂ ਐਪੀਸੋਡ ਦੇ ਵਿੱਚ ਵੈਲਕਮ ਕਰਦੇ ਹਾਂ। ਆਈ ਹੋਪ ਯੂ ਆਰ ਡੂਇੰਗ ਵੈਲ। ਜੇ ਵੈਲ ਨਹੀਂ ਵੀ ਲੱਗਦਾ, ਬੀ ਪੋਜ਼ੀਟਿਵ, ਸਭ ਠੀਕ ਲੱਗੇਗਾ। ਕੈਨੇਡਾ ਦੇ ਕੁਝ ਸਕਸੈਸ ਸਟੋਰੀਜ਼ ਜਿਹੜੀਆਂ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਸੋ ਕੈਨੇਡਾ ਦੀ ਜਦੋਂ ਗੱਲ ਆਉਂਦੀ ਹੈ ਨਾ, 3-4 ਐਸਪੈਕਟਸ ਨੇ ਜਿਹੜੇ ਬਹੁਤ ਪੋਪੂਲਰ ਨੇ। ਸਭ ਤੋਂ ਨੰਬਰ 1 ਅਸੀਂ ਕਹਿ ਸਕਦੇ ਹਾਂ ਰੀਅਲ ਏਸਟੇਟ ਆਉਂਦਾ ਹੈ, ਫਿਰ ਇਮੀਗ੍ਰੇਸ਼ਨ ਆਉਂਦਾ ਹੈ, ਉਸ ਤੋਂ ਬਾਅਦ ਬਹੁਤ ਸਾਰੇ ਕੈਨੇਡਾ ਨਾਲ ਜੁੜੇ ਸਾਡੇ ਮਨ ਦੇ ਵਿੱਚ ਸਵਾਲ ਹੁੰਦੇ ਹੈ। ਸੋ ਆਉਂਦਿਆਂ ਹੀ ਸਟੈਪ ਇਨ ਕਰਦੇ ਹੀ ਸਾਨੂੰ ਲੱਗਦਾ ਯਾਰ ਘਰ ਕਿੱਦਾਂ ਲੈਣਾ ਹੈ, PR ਕਿੱਦਾਂ ਹੋਣੀ ਹੈ। ਸੋ ਉਹਨਾਂ ਰਿਲੇਸ਼ਨਸ ਨੂੰ ਹੀ ਅੱਗੇ ਬਿਲਡ ਕਰਦੇ, ਉਹਨਾਂ ਇਸ਼ੂਜ਼ ਦੇ ਬਾਰੇ ਹੀ ਗੱਲ ਕਰਦੇ ਅੱਜ ਦੇ ਐਪੀਸੋਡ ਨੂੰ ਅਸੀਂ ਤੁਹਾਡੇ ਨਾਲ ਸ਼ੇਅਰ ਕਰਨਾ ਹੈ। ਸਾਡੇ ਨਾਲ ਇੱਕ ਪਰਸਨੈਲਿਟੀ ਨੇ ਜਿਹੜੇ ਜਦੋਂ ਕੈਨੇਡਾ ਦੇ ਵਿੱਚ ਜਿਨ੍ਹਾਂ ਨੇ ਸਟੈਪ ਇਨ ਕੀਤਾ, ਜੌਬ ਕੀਤੀ, ਉਸ ਤੋਂ ਬਾਅਦ ਆਪਣੇ ਪ੍ਰੋਫੈਸ਼ਨ ਨੂੰ ਰੀਅਲ ਏਸਟੇਟ ਦੇ ਵਿੱਚ ਐਸਟੈਬਲਿਸ਼ ਕੀਤਾ। ਸੋ ਉਹਨਾਂ ਦੀ ਜਰਨੀ ਤੁਹਾਡੇ ਨਾਲ ਸ਼ੇਅਰ ਕਰਾਂਗੇ, ਉਹਨਾਂ ਦੀ ਸਕਸੈਸ, ਉਹਨਾਂ ਦੇ ਫੇਲੀਅਰਸ, ਉਹਨਾਂ ਦੀ ਪ੍ਰੋਬਲਮਸ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸਾਡੇ ਨਾਲ ਨੇ ਅਵਨੀਤ ਬਤਰਾ, ਗ੍ਰੈਵਿਟਾਸ ਰਿਐਲਿਟੀ ਬ੍ਰੋਕਰੇਜ ਤੋਂ। ਸਵਾਗਤ ਕਰਦੇ ਹਾਂ ਉਹਨਾਂ ਦਾ। ਅਵਨੀਤ ਜੀ, ਵੈਲਕਮ। ਥੈਂਕ ਯੂ ਹਰਸਿਮਰਨ ਜੀ ਫॉर such a nice and warm introduction. It's lovely being here today with you. ਥੈਂਕ ਯੂ ਸੋ ਮਚ ਅਵਨੀਤ ਜੀ, ਐਂਡ ਥੈਂਕ ਯੂ ਸੋ ਮਚ ਕਿ ਤੁਸੀਂ ਅੱਜ ਟਾਈਮ ਕੱਢਿਆ ਸਾਡੇ ਲਈ। ਲੈਟ ਮੀ ਸਪੀਕ। ਜਦੋਂ ਕੈਨੇਡਾ ਵੈਲਕਮ ਕਰਦਾ ਹੈ, ਅਸੀਂ ਸੁਣ ਕੇ ਆਏ ਹੁੰਦੇ ਹਾਂ ਜੀ ਸਾਨੂੰ ਬੋਲਣ ਦੀ ਫਰੀਡਮ ਹੈ, ਅਸੀਂ ਵੀ ਕੈਨ ਸਪੀਕ ਐਨੀਥਿੰਗ। ਕਿੰਨੀ ਫਰੀਡਮ ਫੀਲ ਹੁੰਦੀ ਹੈ? ਫਰੀਡਮ ਤਾਂ ਹੈ ਫਰੈਂਕਲੀ, ਬਟ ਅਗਰ ਤੁਸੀਂ ਮੇਰਾ ਬੈਕਗਰਾਉਂਡ ਦੇਖੋ, ਮੈਨੂੰ ਇੰਡੀਆ ਵੀ ਇੱਦਾਂ ਨਹੀਂ ਲੱਗਿਆ ਕਿ ਮੈਂ ਕਿੱਥੇ ਦਬਾਇਆ ਜਾ ਰਿਹਾ, ਜਾਂ ਮੈਨੂੰ ਉੱਥੇ ਵੀ ਇੱਦਾਂ ਨਹੀਂ ਲੱਗਿਆ ਕਿ ਫਰੀਡਮ ਨਹੀਂ ਸੀ। ਤੋ ਫਰੈਂਕਲੀ ਆਈ ਡੋਂਟ ਥਿੰਕ ਦੈਟ ਵਾਜ਼ ਦ ਰੀਜ਼ਨ ਫॉर ਮੀ ਕਿ ਮੈਨੂੰ ਇੰਡੀਆ ਲੱਗ ਰਿਹਾ ਸੀ ਕਿ ਆਈ ਵਾਜ਼ ਵੈਰੀ ਸਪਰੈਸਡ ਐਂਡ ਮੈਂ ਖੁੱਲ੍ਹ ਕੇ ਨਹੀਂ ਬੋਲ ਸਕਦਾ ਸੀ। ਜਿੰਨਾ ਕੁਝ ਮੈਂ ਇੰਡੀਆ ਬੋਲ ਸਕਦਾ ਸੀ, ਉਨਾ ਹੀ ਮੈਂ ਕੈਨੇਡਾ ਵੀ ਬੋਲ ਸਕਦਾ। ਅੱਛਾ, ਜਦੋਂ ਅਸੀਂ ਇੱਕ ਟਰਬਨ ਪਰਸਨ ਨੂੰ ਦੇਖਦੇ ਹਾਂ ਨਾ ਕੈਨੇਡਾ ਦੇ ਵਿੱਚ, ਸਾਨੂੰ ਹੁੰਦਾ ਜਲੰਧਰ ਦੇ ਹੋਣੇ ਹੈ, ਲੁਧਿਆਣੇ ਦੇ ਹੋਣੇ ਹੈ, ਪੰਜਾਬ ਤੋਂ ਬਿਲੋਂਗ ਕਰਦੇ ਹੋਣੇ ਹੈ। ਪੰਜਾਬ ਤੋਂ ਕਿੱਥੋਂ? ਮੈਂ ਪੰਜਾਬ ਤੋਂ ਕਿੱਥੋਂ ਵੀ ਨਹੀਂ ਆ। ਐਂਡ ਆਈ ਡੋਂਟ ਨੋ, ਮੈਨੂੰ ਇਹ ਕੁਐਸਚਨ ਸਭ ਤੋਂ ਜ਼ਿਆਦਾ ਇੱਥੇ ਹੀ ਪੁੱਛਿਆ ਗਿਆ, ਭਾਜੀ ਪੰਜਾਬ ਤੋਂ ਕਿੱਥੋਂ? ਸੋ ਆਈ ਐਮ ਨੋਟ from Punjab. I have been born and raised in UP, Uttar Pradesh, and then predominantly most of our life I spent either in UP or in Maharashtra, Pune, Bombay side. So no much connection from Punjab, don't know the pin, don't know the culture. And ਇੱਥੇ ਆ ਕੇ ਮੈਨੂੰ ਇੱਕ ਬਹੁਤ major difference ਲੱਗਿਆ, you know, between the Sikh who are from Punjab and
who are outside of Punjab. And that was a bit of shocker, but that's वही है जो है. ਅੱਛਾ ਜਦੋਂ ਖਾਸ ਕਰਕੇ ਬਰੈਂਪਟਨ 'ਚ ਰਹਿੰਦੇ ਆ ਨਾ ਤਾਂ ਵੀ ਹੈਵ ਪੋਪੂਲਰ ਸੌਂਗਸ ਬਰੈਂਪਟਨ ਵਿੱਚ ਮੁੰਡਾ ਰਹਿੰਦਾ ਸੋਹਣੀਏ ਪੰਜਾਬੀ ਹੈ ਸੋ ਯੂ ਆਰ ਅ ਪੰਜਾਬੀ ਹਾਂ Yeah, of course. ਬਟ ਸਟਿਲ ਕਈ ਵਾਰ ਐਜ਼ ਯੂ ਸੈਡ ਕਿ ਸਾਡਾ ਮਾਈਂਡ ਹੀ ਉੱਧਰ ਨੂੰ ਜਾਂਦਾ ਹੈ ਕਿ ਸਾਰੇ ਪੰਜਾਬੀ ਪੰਜਾਬ ਦੇ ਵਿੱਚ ਹੀ ਹੈ. ਜੀ. ਤੁਸੀਂ ਕਿਹਾ ਕਿ ਤੁਸੀਂ ਯੂਪੀ ਦੇ ਵਿੱਚ ਬੌਰਨ ਬੌਟ ਅਪ ਰੇਜ਼ਡ ਹਾਊ ਮੈਨੀ ਨੰਬਰਸ ਆਫ ਪੰਜਾਬੀਜ਼ ਆਰ ਆਊਟਸਾਈਡ ਪੰਜਾਬ? ਫਰੈਂਕਲੀ ਮੇਰੇ ਕੋਲ ਨੰਬਰ ਤੇ ਨਹੀਂ ਹੋਣਾ, ਬਟ ਮੈਨੂੰ ਇੱਦਾਂ ਲੱਗਦਾ ਡਿਊਰਿੰਗ ਮਾਈ ਕੋਰਸ ਆਫ ਲਾਈਫ ਮੋਸਟ ਆਫ ਮਾਈ ਸਰਕਲ ਆਫ ਪੰਜਾਬੀਜ਼ ਔਰ ਸਿੱਖਸ ਆਰ ਆਊਟਸਾਈਡ ਆਫ ਪੰਜਾਬ ਜਿਨ੍ਹਾਂ ਨੂੰ ਮੈਂ ਜਾਣਦਾ, ਐਂਡ ਇਟਸ ਅ ਬਿਗ ਐਂਡ ਅ ਹਿਊਜ ਸਰਕਲ. ਆਈ ਡੋਂਟ ਨੋ, ਮਤਲਬ ਮੈਨੂੰ ਪਤਾ ਹੈ ਮੇਰੇ ਮਾਸੀ ਹੁੰਦੇ ਸੀ, ਉਹ ਪੰਜਾਬ ਹੁੰਦੇ ਸੀ. ਦੋਜ਼ ਆਰ ਦ ਓਨਲੀ ਪੀਪਲ ਦੈਟ ਆਈ ਨੋ who were there in actual Punjab. Otherwise ਅਗਰ ਤੁਸੀਂ ਮੇਰੇ relationships ਦੀ ਗੱਲ ਕਰੋ, they are spread all across the country, whether it's Himachal, whether it's Haryana, whether it's Jammu and Kashmir, Maharashtra, MP. ਤੇ ਪੰਜਾਬ ਦਾ ਤੇ just there's one I know. ਤੇ according to me ਅਗਰ ਤੁਸੀਂ ਪੁੱਛੋਗੇ, ਮੈਂ ਸਾਰੇ ਦੇ ਸਾਰੇ ਪੰਜਾਬੀ ਸਰਦਾਰ ਆਊਟਸਾਈਡ ਆਫ ਪੰਜਾਬ ਹੀ ਮਿਲਿਆ. ਅੱਛਾ ਜੀ. ਅੱਛਾ ਇੰਨੇ ਨੰਬਰ ਆਫ ਪੰਜਾਬੀ ਯੂਪੀ 'ਚ ਦੇਖੇ ਸੀਗੇ ਜਿੰਨੇ ਬਰੈਂਪਟਨ 'ਚ ਮਿਲੇ? No, I would say no. ਇੱਥੇ ਆ ਕੇ ਮੈਨੂੰ ਜ਼ਿਆਦਾ ਫੀਲ ਹੋਇਆ that I am between the Punjabi community more. UP ਦੇ ਵਿੱਚ ਉਨੀ ਜ਼ਿਆਦਾ ਨਹੀਂ ਸੀ. It was decent enough, but it wasn't as big as it is here. So then it's correctly said na mini Punjab. Mini Punjab, yeah. ਇੱਥੇ ਬਰੈਂਪਟਨ. True. ਵੈਲਕਮ. ਕੈਨੇਡਾ ਨੇ ਬਰੈਂਪਟਨ ਨੇ ਕਿਹੜੇ ਈਅਰ 'ਚ ਵੈਲਕਮ ਕੀਤਾ? How you came here? So we came here in 2018. September 2018 is when I first came to this country. So it's just 6 years? Just 6 years, yeah. Okay. Not even 6 years. We'll complete 6 years this September. And ਅਸੀਂ PRIC day one too. The whole family moved together. Me, my wife, my kid, my dog, my brother, my sister-in-law, ਸਾਰੇ ਦੇ ਸਾਰੇ ਅਸੀਂ ਇਕੱਠੇ ਹੀ ਪਲਾਨ ਟੂ ਮੂਵ ਟੂ ਕੈਨੇਡਾ. ਇੱਕ ਦਿਨ ਸੌਂਦੇ ਬੈਡ 'ਤੇ ਮੈਂ ਸੋਚਿਆ ਚਲੋ ਕੈਨੇਡਾ ਚੱਲਦੇ ਹਾਂ. ਐਪਲੀਕੇਸ਼ਨ ਪਾਈ ਐਂਡ ਦੈਨ it was smooth. It was really smooth. Didn't had much problems and we directly landed as PRs. ਅੱਛਾ ਜਦੋਂ ਆਪਾਂ ਵਰਡ ਯੂਜ਼ ਕਰਦੇ ਹਾਂ ਨਾ ਅਵਨੀਤ ਜੀ ਕਿ ਸਮੂਥ ਸੀਗਾ ਨੋਰਮਲ ਸੀਗਾ ਤਾਂ ਸੁਣਨ ਵਾਲੇ ਲੋਕਾਂ ਨੂੰ ਇਹ ਲੱਗਦਾ ਹੈ ਕਿ they didn't had any struggle ਹੈ ਨਾ. ਲੋਕਾਂ ਦੀ ਫਾਈਲ ਲੱਗੀ ਰਹਿੰਦੀ ਹੈ 1.5 2 ਸਾਲ. ਸਟੂਡੈਂਟ ਐਜ਼ ਅ ਸਟੂਡੈਂਟ ਆ ਕੇ ਉਸ ਤੋਂ ਬਾਅਦ ਬੰਦੇ ਨੂੰ ਲੱਗਦਾ ਹੈ ਕਿ ਜੀ ਇਹ ਤਾਂ ਕਿਤੇ ਖ਼ਤਮ ਹੋਣ 'ਤੇ ਹੀ ਨਹੀਂ ਆ ਰਹੀ. ਸੋ ਵੈਨ ਯੂ ਯੂਜ਼ ਦ ਵਰਡ ਸਮੂਥ ਕਿੰਨਾ ਸਮੂਥ ਸੀਗਾ? ਬਹੁਤ ਸਮੂਥ ਸੀ. ਬਿਲੀਵ ਮੀ ਮੋਸਟ ਆਫ ਦ ਪੀਪਲ ਦੈਟ ਆਈ ਮੀਟ ਹੇਅਰ ਇਨ ਬਰੈਂਪਟਨ ਔਰ ਆਪਣੀ ਕਮਿਊਨਿਟੀ ਦੇ ਵਿੱਚ ਸਭ ਤੋਂ ਜ਼ਿਆਦਾ ਮੈਂ ਲੋਕਾਂ ਨੂੰ ਇਹੀ ਸੁਣਿਆ ਹੈ ਕਿ ਜੀ ਇੱਕ ਸਟਰਗਲ ਹੈ ਇੱਥੇ ਆਉਣਾ. ਆਈਲਟਸ ਦੇ ਪੇਪਰ ਨਹੀਂ ਕੱਢੇ ਜਾ ਰਹੇ ਲੋਕਾਂ ਤੋਂ. ਫਿਰ ਉਹਦੇ ਬਾਅਦ ਨੰਬਰ ਨਹੀਂ ਬਣ ਰਹੇ, ਉਹਦੇ ਬਾਅਦ ਫਾਈਲਾਂ ਨਹੀਂ ਲੱਗ ਰਹੀਆਂ, ਅਪਰੂਵਲ ਨਹੀਂ ਆ ਰਹੇ. ਇਫ ਯੂ ਆਸਕ ਮੀ I don't relate to any of those problems because frankly we didn't had any. It was pretty simple. ਜਿਵੇਂ ਮੈਂ ਕਿਹਾ ਮੈਂ ਰਾਤੀ ਬੈਠੇ ਪੂਰੀ ਦੀ ਪੂਰੀ ਐਪਲੀਕੇਸ਼ਨ ਮੋਬਾਈਲ ਤੋਂ ਬਣਾਈ. IELTS ਦਿੱਤਾ ਸੀ 8777 first attempt. Didn't had any problem in that. Family wise numbers were okay. Fortunately parents had stressed a lot on education. So my education played a major role. I was a mechanical engineer by profession and then I did an MBA. Experience ਵੀ ਸੀ ਤਾਂ ਉਹ numbers ਮੇਰਾ score was from day one ਇੱਦਾਂ ਸੀ ਕਿ ਮੈਨੂੰ ਪਤਾ ਸੀ ਮੈਂ ਜਿਸ ਦਿਨ ਐਪਲੀਕੇਸ਼ਨ ਸਬਮਿਟ ਕਰਾਂਗਾ ਜੋ ਵੀ ਨੈਕਸਟ ਡਰਾ ਹੋਏਗਾ ਉਹਦੇ ਵਿੱਚ we'll get a what do you call invitation. And ਉਹੀ ਹੋਇਆ. Application submit ਕੀਤੀ, we got the invitation and paperwork process and it was smooth. So yeah, it is smooth. ਕੋਈ tension ਨਹੀਂ ਸੀ. ਅੱਛਾ then why people think why they have a problem? What do you think? ਕਿਉਂਕਿ observation ਹੁੰਦੀ ਹੈ ਹਰ ਇਨਸਾਨ ਦੀ. ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ struggle ਬਿਆਨ ਕਰਦੇ ਹੈ ਜਿਹੜੇ ਦੱਸਦੇ ਹੈ ਉਹਨਾਂ ਦੇ ਲਈ ਉਹ ਸਮੂਥ ਕਿਉਂ ਨਹੀਂ ਬਣ ਪਾਉਂਦਾ? where they are lacking? So ਹਰਸਿਮਰਨ ਦੇਖੋ ਬਹੁਤ ਨਾ ਸਿੰਪਲ ਕਨਸੈਪਟ ਹੈ. ਤੁਸੀਂ ਆਪਣਾ ਕੰਫਰਟ ਛੱਡ ਕੇ ਆਪਣੀ ਕੰਟਰੀ ਤੋਂ ਕਿਸੇ ਦੂਜੀ ਕੰਟਰੀ ਜਾ ਰਹੇ ਹੋ. ਉਹਨਾਂ ਦੇ ਕੁਝ ਰਿਕੁਆਇਰਮੈਂਟਸ ਹੈਗੇ. ਤੁਸੀਂ ਉਹ ਰਿਕੁਆਇਰਮੈਂਟਸ ਅਗਰ ਫੁਲਫਿਲ ਕਰ ਰਹੇ ਹੋ ਨਾ ਇਟ ਵਿਲ ਬੀ ਵੈਰੀ ਸਮੂਥ ਫॉर ਯੂ. ਪ੍ਰੋਬਲਮ ਹੈ ਅਗਰ ਤੁਸੀਂ ਉਸ ਰਿਕੁਆਇਰਮੈਂਟਸ ਦੇ ਵਿੱਚ ਫਿਟ ਨਹੀਂ ਬਹਿ ਪਾ ਰਹੇ ਹੋ ਫਿਰ ਤੁਸੀਂ ਕੰਪਲੇਨ ਕਰੋਗੇ ਤਾਂ
ਉਸ ਕੰਟਰੀ ਦੀ ਗਲਤੀ ਨਹੀਂ ਹੈ, ਦੈਨ ਯੂ ਆਰ ਬਾਊਂਡ ਟੂ ਹੈਵ ਦੈਟ ਇਸ਼ੂਜ਼ ਐਂਡ ਪ੍ਰੋਬਲਮਸ। ਹੁਣ ਜਿਵੇਂ ਇੱਥੇ ਅਗਰ ਮੈਂ ਗੱਲ ਕਰਾਂ, ਮੋਸਟ ਆਫ ਦ ਪੀਪਲ, ਮੈਂ ਅੱਜ ਵੀ ਕਈ ਲੋਕਾਂ ਤੋਂ ਗੱਲ ਕਰਦਾ, ਉਹ ਕਹਿੰਦੇ ਭਾਜੀ ਆਇਲਸ ਨਹੀਂ ਨਿਕਲਦਾ। ਆਈ ਐਮ ਸੌਰੀ, ਨਹੀਂ ਨਿਕਲਦਾ ਤੇ ਨਾ ਹੋ ਯਾਰ, ਨਾ ਹੋ, ਜ਼ਰੂਰੀ ਥੋੜ੍ਹੀ ਇੱਥੇ ਆਉਣਾ ਹੈ। ਕਿਉਂਕਿ ਇੰਗਲਿਸ਼ ਠੀਕ ਹੈ, ਇੱਕ ਬਰੈਂਪਟਨ ਨੂੰ ਛੱਡ ਦਿਓ, ਬਟ ਦਿਸ ਕੰਟਰੀਜ਼ ਪ੍ਰੋਡੋਮੀਨੈਂਟ ਲੈਂਗੁਏਜ ਇਜ਼ ਇੰਗਲਿਸ਼। ਇਫ ਯੂ ਕੈਨੋਟ ਸਪੀਕ ਇੰਗਲਿਸ਼, ਆਈ ਐਮ ਸੌਰੀ, then probably you're not a right fit for the country. ਅੱਛਾ, ਇੱਥੇ ਲੋਕਾਂ ਨੂੰ ਕੰਪਲੈਕਸਿਸ ਹੈਗੇ ਆ ਕਿ ਸਾਨੂੰ ਇੰਗਲਿਸ਼ ਨਹੀਂ ਆਉਂਦੀ ਜਾਂ ਸਾਨੂੰ ਜੱਜ ਕੀਤਾ ਜਾਂਦਾ। ਜੱਜ ਕੌਣ ਕਰਦਾ? ਗੋਰੇ ਕਰਦੇ? ਬਿਲਕੁਲ ਨਹੀਂ, ਮੈਨੂੰ ਤੇ ਅੱਜ ਤੱਕ ਨਹੀਂ। I've lived in 3 different countries outside of India and I had never faced racism. Rather ਇਸ ਪਗੜੀ ਨੇ ਮੈਨੂੰ ਬਹੁਤ ਜ਼ਿਆਦਾ ਮੈਂ ਕਹਾਂਗਾ differentiating factor ਦਿੱਤਾ ਸੀ all across, and I stayed in Dubai, I stayed in Qatar, and now I'm in Canada. Even while staying in India, I was not from Punjab or Punjab dominated areas. मैं जिथे भी सी उत्थे भी we were more like a minority. There were less of people like us while growing up. I was the only Sardar in my class. Achha. But I never felt कि you are different या ਤੁਹਾਡੇ ਨਾਲ ਗੱਲ ਨਹੀਂ ਕਰਾਂਗੇ ਜਾਂ ਤੁਹਾਨੂੰ ਛੇੜਾਂਗੇ, never ever. As a kid as well, I was always inclusive, but Canada आके it changed, because Canada आके जो मैंने racism feel होया है, really not from Gore, from our own people, from our own Punjabi people. I don't know. While growing up, I had never heard the concept of casteism and Sikhism. ਸਾਨੂੰ ਹਮੇਸ਼ਾ ਹੀ ਸਿਖਾਇਆ ਗਿਆ ਕਿ ਗੁਰੂ ਨਾਨਕ ਦੇਵ ਜੀ ਨੇ ਲੰਗਰ ਪ੍ਰਥਾ ਸਟਾਰਟ ਹੀ ਇਸ ਕਰਕੇ ਕੀਤੀ ਸੀ ਤਾਂ ਕਿ ਤੁਸੀਂ ਰਾਜਾ ਹੋ ਜਾਂ ਤੁਸੀਂ ਰੰਗ ਹੋ, ਤੁਸੀਂ ਉਸ ਵੇਲੇ ਦੀ ਪ੍ਰੋਬਲਮ ਸੀ ਹੈ ਸ਼ੂਦਰ ਐਂਡ ਛਤਰੀਆ ਐਂਡ ਬ੍ਰਾਹਮਣ ਸਾਰਿਆਂ ਨੂੰ ਇੱਕ ਪਲੇਸ 'ਤੇ ਲਾ ਕੇ everyone eats and drinks together. So casteism ख़त्म करना सी, right? That was the main intention. Even Guru Gobind Singh ji te aao, the word ਸਿੰਘ and ਕੌਰ was introduced for a reason. ਉਹਨਾਂ ਨੇ ਕਿਹਾ ਜੀ ਤੁਹਾਡਾ ਲਾਸਟ ਨੇਮ ਜਿਹੜਾ ਹੈਗਾ ਨਾ ਉਹ ਜਨਰਲੀ ਡਿਨੋਟ ਕਰਦਾ ਹੈ ਤੁਹਾਡੀ ਕਾਸਟ। ਉਹਨਾਂ ਨੇ ਉਹ ਖਤਮ ਕਰਨ ਲਈ ਲੈ ਕੇ ਆਏ ਸੀ ਕਿ ਜੀ ਸਾਰੇ ਪੰਜਾਬੀ ਸਰਦਾਰ ਜਿਹੜੇ ਹੈਗੇ they will all men will use ਸਿੰਘ. The aim of using the word ਸਿੰਘ was that everyone is equal. All men irrespective of their caste, color, whatever, they are all ਸਿੰਘ and all women are ਕੌਰ. But when I came here, that was the first time I heard the concept of Jat and Pape and Ramgadiye and what not. मतलब मैंने life ਦੇ ਵਿੱਚ 33 when I moved to Canada, 33 years I never heard this concept. Really? And I lived in so many countries. I worked, I did my engineering, I did my MBA. Never ever did I hear this concept. After coming, believe me, most of the times I heard the word Jat was in songs, Punjabi songs. ਐਂਡ ਉਹ ਮੈਨੂੰ ਚੰਗਾ ਲੱਗਦਾ ਸੀ। ਮੈਂ ਕਿਹਾ ਵੈਰੀ ਗੁੱਡ, ਓਕੇ। ਬਟ ਮੈਨੂੰ ਇਹ ਨਹੀਂ ਪਤਾ ਸੀ ਜੱਟ ਮੀਨਸ ਸਮਥਿੰਗ ਐਲਸ, ਲਾਈਕ ਆਈ ਡੋਂਟ ਨੋ, ਅਜੇ ਵੀ ਮੈਂ ਕਲੈਰਿਟੀ ਨਹੀਂ ਹੈ। ਬਟ ਇੱਥੇ ਆ ਕੇ ਨਾ ਮੈਨੂੰ ਉਹ ਫੀਲ ਕਰਾਇਆ ਗਿਆ ਕਿ ਯੂ ਆਰ ਨੋਟ ਅ ਜੱਟ। ਤੇ ਉਹ ਆਈ ਡੋਂਟ, ਅਗੇਨ ਨੋ ਆਫੈਂਸ ਟੂ ਐਨੀ ਜੱਟਸ, ਆਈ ਹੈਵ ਲੋਟ ਆਫ ਜੱਟ ਫਰੈਂਡਸ, ਆਈ ਹੈਵ ਫੈਮਿਲੀ ਹੂ ਆਰ ਜੱਟਸ, ਦੇ ਆਰ ਸੁਪਰਬ। ਬਟ ਵਾਟ ਆਈ ਮੀਨ ਇਜ਼ ਮੈਨੂੰ ਇੱਥੇ ਆ ਕੇ ਉਹ ਥੋੜ੍ਹੀ ਜਿਹੀ ਹੇਟਰੇਡ ਮਹਿਸੂਸ ਹੋਈ ਜਾਂ ਫੀਲ ਹੋਈ, ਔਰ ਉਹ ਵੀ ਆਪਣੀ ਕਮਿਊਨਿਟੀ ਤੋਂ ਹੀ ਹੋਈ, ਬਾਹਰ ਵਾਲਿਆਂ ਤੋਂ ਕਦੇ ਨਹੀਂ ਹੋਈ। ਨਹੀਂ, ਅੱਛਾ, ਦ ਵੇ ਯੂ ਟਾਕਿੰਗ ਨਾ, ਆਈ ਨੋ ਕਿ ਕਈ ਲੋਕਾਂ ਨੂੰ ਉਹ ਚੀਜ਼ ਕਈ ਵਾਰੀ ਸੁਣਨ ਦੇ ਵਿੱਚ ਇਹ ਫੀਲ ਹੋਣ ਲੱਗ ਜਾਂਦਾ ਹੈ ਕਿ ਸ਼ਾਇਦ ਸਾਡੇ ਓਪੋਜ਼ਿਟ ਕੋਈ ਗੱਲ ਹੋ ਰਹੀ ਹੈ। ਵਾਈ ਵੀ ਆਰ ਨਾਟ ਐਕਸੈਪਟੇਬਲ ਟੂ ਦ ਨੈਗੇਟਿਵ ਪਾਰਟ ਆਫ ਇਟ, ਜਾਂ ਜੇ ਕਿਸੇ ਇੱਕ ਬੰਦੇ ਨੂੰ ਕੀ ਫੀਲ ਹੋਇਆ ਅਸੀਂ ਉਹ ਐਕਸੈਪਟ ਨਹੀਂ ਕਰਦੇ, ਅਸੀਂ ਵਰਡਿੰਗਸ ਦੇਖਦੇ ਹਾਂ, ਅਸੀਂ ਕਹਿੰਦੇ ਹਾਂ ਜੀ ਇਹਨਾਂ ਨੇ ਮਾੜਾ ਕਹਿਤਾ। ਸਾਡੇ 'ਚ ਪ੍ਰੋਬਲਮ ਕਿਉਂ ਹੈ? ਵਾਈ ਵੀ ਪੀਪਲ ਹੈਵ ਦਿਸ ਇਸ਼ੂ ਕਿ ਆਪਾਂ ਨੈਗੇਟਿਵ ਕੌਮੈਂਟ ਨੂੰ, ਆਪਾਂ ਕਿਸੇ ਓਪੋਜ਼ਿਟ ਥਾਟ ਨੂੰ ਉਨਾ ਅੱਛੀ ਤਰ੍ਹਾਂ ਵੈਲਕਮ ਨਹੀਂ ਕਰਦੇ। ਆਈ ਥਿੰਕ ਇਹ ਤਾਂ ਤੁਹਾਡੇ ਅਪਬ੍ਰਿੰਗਿੰਗ 'ਤੇ ਡਿਪੈਂਡ ਕਰਦਾ ਹੈ। it's very difficult to comment on someone else's mindset, but growing up, I mean, we had faced a lot of like our parents had ਕਿਤੇ ਨਾ ਕਿਤੇ ਸਾਡੇ ਦਿਮਾਗ 'ਚੋਂ, ਕਿਉਂਕਿ ਹੁੰਦਾ ਕੀ ਹੈ ਜਦ ਤੁਸੀਂ ਮਾਈਨੋਰਿਟੀ ਹੁੰਦੇ ਹੋ ਨਾ, ਐਜ਼ ਅ ਕਿਡ ਯੂ ਆਲਵੇਜ਼ ਟਰਾਈ ਟੂ ਬੀ ਅਮੰਗ ਦ ਨੋਰਮਲ ਪੀਪਲ। ਅਗਰ ਤੁਹਾਡੀ ਕਲਾਸ ਦੇ ਵਿੱਚ ਤੁਸੀਂ ਇਕੱਲੇ ਪਟਕਾ ਬੰਦ ਕੇ ਜਾ ਰਹੇ ਹੋ, ਹੋਰ 45 ਬੱਚਿਆਂ ਦੇ ਵਾਲ ਕੱਟੇ ਹੋਏ ਨੇ, ਐਂਡ ਉੱਥੇ ਗੱਲ ਉਹੀ ਚੱਲ ਰਹੀ ਹੈ, ਬੰਦੇ ਕੰਘੀ ਲੈ ਕੇ ਵਾਲ ਬਣਾ ਰਹੇ ਨੇ, ਤੁਹਾਨੂੰ ਥੋੜ੍ਹਾ ਜਿਹਾ ਨਾ ਇੱਕ ਲੈਫਟ ਆਊਟ ਫੀਲ ਹੁੰਦਾ ਹੈ। ਤਾਂ ਤੁਸੀਂ ਯੂ ਆਰ ਆਲਵੇਜ਼ ਸਟਕ ਕਿ
ਕਿ ਮੈਂ ਇਹਨਾਂ ਦੇ ਵਕਣ ਬਣ ਜਾਵਾਂ। ਐਂਡ ਦੇਰ ਆਰ ਲੋਟ ਆਫ ਪੀਪਲ ਇਨ ਦੋਜ਼ ਸਿਟੀਜ਼ ਜਿੱਥੇ ਮੈਂ ਹਾਂ ਜਿਨ੍ਹਾਂ ਨੇ ਆਪਣੇ ਵਾਲਾਂ ਦੀ ਵਾਲ ਕਟਵਾ ਲਏ। not that it's a problem, that's your personal choice, but when you are 7 or 8 year old, no, at that time it's not your personal choice because you don't have the mindset to take that decision. At that time you are probably influenced by the circle around you. ਉਸ ਵੇਲੇ what matters most is ਕਿ ਤੁਹਾਡੇ ਪੇਰੈਂਟਸ ਤੁਹਾਡੀ ਅਪਬ੍ਰਿੰਗਿੰਗ ਤੁਹਾਡਾ ਫੈਮਿਲੀ ਸਰਕਲ ਤੁਹਾਡਾ ਨਾ ਮਾਈਂਡਸੈਟ ਕਿਵੇਂ ਮੋਲਡ ਕਰ ਰਿਹਾ। ਸਾਨੂੰ ਜਿਵੇਂ ਆਈ ਰਿਮੈਂਬਰ ਐਜ਼ ਗਰੋਇੰਗ ਐਜ਼ ਅ ਕਿਡ ਐਵਰੀ ਡੇ ਵੀ ਯੂਜ਼ ਟੂ ਹੀਅਰ ਸੋ ਮੈਨੀ ਸਾਕੀਜ਼, we used to be told why Sikhism, why was it formed, what was the क्यों मतलब पैदा क्यों होया सी ये religion, and that we should be proud of it, this is a pride ਇੰਨਾ ਸਾਡੇ ਅੰਦਰ ਉਹ ਭਰਤਾ ਗਿਆ and all positive ਕਿ ਸਾਨੂੰ ਇੱਕ ਕਦੇ ਉਹਦੇ ਵਿੱਚ ਨਾ ਨੈਗੇਟਿਵਿਟੀ ਮਹਿਸੂਸ ਨਹੀਂ ਹੋਈ। ਸਾਨੂੰ ਕਦੇ ਇਹ ਨਹੀਂ ਲੱਗਿਆ ਕਿ I am different and that is bad. ਸਾਨੂੰ always ਇਹ ਲੱਗਿਆ I am different and that is great because that makes me different than all others and that is a good thing about me, it's not a bad thing about me. ਤਾਂ ਜਦ ਤੁਸੀਂ ਕਿਹਾ ਨੈਗੇਟਿਵਿਟੀ ਕਿਵੇਂ ਤੁਸੀਂ ਉਸ ਨੈਗੇਟਿਵਿਟੀ ਨੂੰ ਪਰਸਿਊ ਕਰਦੇ ਹੋ, ਸਾਨੂੰ ਇਹੀ ਸਿਖਾਇਆ ਗਿਆ ਕਿ ਜਦ ਤੁਹਾਡੇ ਅਗੇਂਸਟ ਕੋਈ ਨੈਗੇਟਿਵਿਟੀ ਹੋਏਗੀ ਤੁਹਾਨੂੰ ਉਸਨੂੰ ਪੋਜ਼ਿਟਿਵ ਸਮਝ ਕੇ ਆਪਣੀ ਲਾਈਫ ਦੇ ਵਿੱਚ ਉਹਨੂੰ ਪੋਜ਼ਿਟਿਵ ਹੀ ਲੈਣਾ ਹੈ। Some people don't take it that way. So I think the circle makes a lot of difference. ਤੁਸੀਂ ਕਿੱਥੋਂ ਆਏ ਹੋ? Upbringing na word, it's very heavy today. Parenting is very difficult. ਅੱਜ ਕੱਲ੍ਹ ਲੋਕ 30, 32, 33, 35 even, they don't want to have kids ਕਿਉਂਕਿ they know it is a huge responsibility. Parenting ਬਹੁਤ ਔਖੀ ਹੈ. You had a great parents. ਤੁਹਾਡੇ 'ਚ ਲੱਗਦਾ ਹੈ you have a daughter. How you have mold yourself ਕਿ ਜੋ ਅਪਬ੍ਰਿੰਗਿੰਗ ਮੈਨੂੰ ਮਿਲੀ ਹੈ ਆਈ ਹੈਵ ਟੂ ਡਿਲੀਵਰ ਇਟ ਟੂ ਮਾਈ ਡਾਟਰ, ਫਰਕ ਕੀ ਹੈ ਅਤੇ ਔਖੀ ਕਿੰਨੀ ਹੈ? ਬਹੁਤ ਟਫ ਹੈ। ਆਈ ਡੋਂਟ ਵਾਂਟ ਟੂ ਲਾਈ, ਆਈ ਡੋਂਟ ਥਿੰਕ ਆਈ ਐਮ ਡੂਇੰਗ 10% of what my parents did, believe me. I still feel there is a lot of effort that needs to be put in, and you are absolutely right, it is a very big responsibility. ਕਿ ਮੈਂ ਉੱਥੇ ਹਾਂ ਨਹੀਂ, am I wanting to be there? Yes. Am I working hard to be there? Yes. But am I there? Absolutely not. And the biggest difference I feel is the dynamics of the family. ਪਹਿਲੇ ਤੁਸੀਂ ਨਾ ਨਾਲ ਰਹਿੰਦੇ ਸੀ, ਰਿਲੇਟਿਵਸ ਨਾਲ ਹੁੰਦੇ ਸੀ, ਬੂਆ ਮਾਸੀਆਂ ਮਾਮੇ ਚਾਚੇ, everyone used to be together. I remember while I was growing up ਮੇਰੇ ਪੂਰੇ ਮੁਹੱਲੇ ਦੇ ਵਿੱਚ like every single house was my relative, left right ਅੱਗੇ ਪਿੱਛੇ। ਹਾਂਜੀ ਤਾਂ ਲਾਈਕ ਇਟ ਵਾਜ਼ ਮਚ ਡਿਫਰੈਂਟ। ਬੱਚੇ ਪਲਦੇ ਸੀ, ਇੱਕ ਡਰ ਹੁੰਦਾ ਸੀ ਪੇਰੈਂਟਸ ਦਾ, ਵੀ ਵਰ ਕੌਨਸਟੈਂਟਲੀ ਕੰਪੀਟੀਟਿਵ ਅਮੰਗ ਦੀ ਕਜ਼ਨਸ ਐਂਡ ਥਿੰਗਸ ਲਾਈਕ ਦੈਟ। ਐਂਡ ਜਿਵੇਂ ਮੈਂ ਕਿਹਾ ਸਾਨੂੰ ਰੋਜ਼ ਸਾਖੀ ਸੁਣਾਈ ਜਾਂਦੀ ਸੀ, ਐਵਰੀ ਡੇ ਸਾਨੂੰ ਗੁਰਦੁਆਰੇ ਜਾਣਾ ਪੈਂਦਾ ਸੀ। ਛੋਟੇ ਬੱਚੇ ਨੂੰ ਨਾ ਔਖਾ ਹੁੰਦਾ, ਤੁਸੀਂ ਪ੍ਰਸ਼ਾਦ ਦਾ ਲਾਲਚ ਦਿੰਦੇ ਹੋ ਤਾਂ ਬੱਚਾ ਗੁਰਦੁਆਰੇ ਜਾਂਦਾ। ਸਾਨੂੰ ਗੁਰਦੁਆਰੇ ਜਾਣਾ ਪੈਂਦਾ ਸੀ, ਸਾਨੂੰ ਕੀਰਤਨ ਸੁਣਨਾ ਪੈਂਦਾ ਸੀ, ਸਾਨੂੰ ਪਾਠ ਕਰਨਾ ਪੈਂਦਾ ਸੀ। My dad had a rule, you're not doing Japji Sahib part in the morning, you're not going to get food, right? Okay, ਇੱਦਾਂ ਨਹੀਂ ਕਿ ਬੱਚੇ ਉੱਠੇ ਐਂਡ ਉੱਠਦੇ ਹੀ। Can I do the same with my daughter? I try to, but ਮੈਂ ਬੜੀ ਜਲਦੀ ਨਾ ਪਿਘਲ ਜਾਂਦਾ, which is not right. If you ask me, ਮੈਨੂੰ ਕਦੇ ਕਦੇ ਲੱਗਦਾ ਨਹੀਂ, it's very important ਕਿ ਉਹ ਉਸ ਟਾਈਪ ਦੀ upbringing ਦੇ ਸਕੀਏ। But when you have 10 people in the family, when you have dada dadi, when you have nana nani, things change. Today, sitting here in Canada, most of us are nuclear families. We don't have that support. Everyone is busy in minting money, including ourselves. ਮੈਂ ਦੂਜਿਆਂ ਨੂੰ ਨਹੀਂ, ਮੈਂ ਆਪਣੀ ਖੁਦ ਦੀ ਗੱਲ ਕਰ ਰਿਹਾ ਇੱਥੇ। ਕਿਤੇ ਨਾ ਕਿਤੇ you feel your kids are being neglected, and it is later part in life that you realize ਕਿ ਨਹੀਂ ਯਾਰ, ਮੇਰੀ ਸਭ ਤੋਂ ਵੱਡੀ ਜਿਹੜੀ ਦੌਲਤ ਸੀ ਨਾ ਉਹ ਮੇਰੇ ਬੱਚੇ ਸੀ। ਔਰ ਉਨ ਬੱਚਿਆਂ ਦਾ ਮਾਈਂਡ ਕਿੰਨਾ ਤੁਸੀਂ ਮੋਲਡ ਕਰ ਸਕਦੇ ਸੀ ਐਜ਼ ਅ ਕਿਡ, ਉਹ ਮੇਰੀ ਸਭ ਤੋਂ ਵੱਡੀ ਦੌਲਤ ਸੀ। ਸੋ ਇਫ ਯੂ ਆਸਕ ਮੀ ਐਮ ਆਈ ਡੂਇੰਗ ਅ ਗ੍ਰੇਟ ਜੌਬ, I would probably not rank myself that high. I think my wife, the mother, plays a very important and vital role. She does. And she is doing that. But I think we still there's a long way ahead to go. Long way ahead. True. ਕੋਈ ਐਸੀ ਪਿੰਚ ਕਰਨ ਵਾਲੀ ਗੱਲ ਜਿਹੜੀ ਤੁਹਾਡੀ ਡਾਟਰ ਨੇ ਤੁਹਾਨੂੰ ਕਹੀ ਹੋਈ? ਨਾਟ ਪਿੰਚਿੰਗ, ਲਾਈਕ ਵੈਨ ਆਈ ਵਾਜ਼ ਅ ਕਿਡ,
ਮੈਨੂੰ ਹੁਣ ਪਾਪਾ ਦੱਸਦੇ ਆ ਕਿ ਤੂੰ ਕਈ ਵਾਰੀ ਇਦਾਂ ਦੇ ਕੁਐਸਚਨ ਪੁੱਛ ਲੈਂਦੀ ਸੀ ਕਿ ਮੈਂ ਹੈਰਾਨ ਹੋ ਜਾਂਦਾ ਸੀ. ਜੀ. Something which your daughter asked or said, you were surprised. Couple of months back, I was doing something, and when she started speaking up, no, she said, "Acha, Papa is always in office." How old is she? Sorry. She's now 6. Okay. And she said, "Papa is always in office. He doesn't have time. He's busy." And she didn't even know the word busy. मतलब ਮੈਨੂੰ ਥੋੜਾ ਜਿਹਾ ਬੁਰਾ ਲੱਗਿਆ. ਮੈਨੂੰ ਲੱਗਿਆ ਅਗਰ ਮੇਰੇ 6 ਸਾਲ ਦੀ ਬੱਚੀ ਨੂੰ ਵੀ ਮਹਿਸੂਸ ਹੋ ਰਿਹਾ ਹੈ ਕਿ ਮੈਂ ਬਿਜ਼ੀ ਹਾਂ ਐਂਡ ਆਈ ਐਮ ਆਲਵੇਜ਼ ਇਨ ਆਫਿਸ, देयर इज़ समथिंग ਰੋਂਗ. ਕਿਉਂਕਿ ਦੇਖੋ ਫਰੈਂਕਲੀ ਅਗਰ ਤੁਸੀਂ ਸਕੇਡਿਊਲ ਦੇਖੋਗੇ ਨਾ, ਅਸੀਂ ਸਵੇਰੇ ਉੱਠਦੇ, ਬੱਚੇ ਨੂੰ ਤਿਆਰ ਕੀਤਾ, ਐਂਡ ਦੈਨ ਆਈ ਵਾਸ ਦ ਵਨ ਹੂ ਯੂਜ਼ਡ ਟੂ ਡ੍ਰੌਪ ਹਰ ਟੂ ਦ ਸਕੂਲ. ਦੈਟਸ 5 minutes I used to spend with her in the car while driving. ਵਾਪਸ ਆਉਂਦੀ ਸੀ 3 ਵਜੇ, mother used to pick her up. And then 8 o'clock she technically sleeps. Most of the days I reach home at around 7, sometimes 6:30, but average 6:30, 7 bajda hai. That's the time she's eating her dinner, getting ready to go to bed, and I tell her the bedtime story. So that was the interaction all day long. 5 minutes ਸਵੇਰੇ ਗੱਡੀ ਦੇ ਵਿੱਚ, 15 ਮਿੰਟ ਰਾਤੀ ਸੌਣ ਤੋਂ ਪਹਿਲੇ. ਤਾਂ somewhere I realized ਕਿ ਮੈਂ ਟਾਈਮ ਨਹੀਂ ਦੇ ਰਿਹਾ. ਐਂਡ ਸਾਡਾ ਪ੍ਰੋਫੈਸ਼ਨ ਇੱਦਾਂ ਦਾ ਹੈ, Saturdays, Sundays are generally working. Weekdays ਸਾਨੂੰ ਛੁੱਟੀ ਮਿਲਦੀ ਹੈ, ਉਹ ਵੀ ਮਿਲਦੀ ਹੈ. Weekdays we have a fear of missing out. So weekdays also, that is some ਕੁਛ ਸਾਡੀ ਵੀ ਪ੍ਰੋਬਲਮ ਹੈ ਕਿ we keep working and we always bring the family secondary. But that is not the right way to proceed ahead. That is not sustainable. You have to realize at what cost you are making whatever you're doing, at what cost is it coming. So when she said that, that pinched me a lot, and that was the time I started thinking, no, I need to dedicate more time to her. I need to start taking her to parks. I need to start going with her to play. And ta main na, I went back to basics ki why did we move to Canada in the first place, right? So ਤੁਸੀਂ ਕਿਹਾ ਨਾ ਕਿ ਤੁਸੀਂ ਫਰੀडम ਵਾਸਤੇ ਆਏ ਸੀ, ਨਹੀਂ, ਮੈਂ ਟਾਈਮ ਵਾਸਤੇ ਆਇਆ ਸੀ. ਮੇਰਾ ਕੰਮ ਇੰਡੀਆ ਵਿੱਚ ਵੀ ਬਹੁਤ, ਇੰਡੀਆ ਵਿੱਚ ਜੌਬ ਇਜ਼ ਆਲਵੇਜ਼ ਵੈਰੀ ਡਿਮਾਂਡਿੰਗ. ਯੂ ਆਰ ਵਰਕਿੰਗ ਲਾਈਕ 10-12 hours a day. ਐਂਡ ਜਦ ਆਪਾਂ ਇੰਗਲਿਸ਼ ਮੂਵੀਜ਼ ਦੇਖਦੇ ਹਾਂ ਤਾਂ ਮੈਂ ਦੇਖਦਾ ਸੀ ਉੱਥੇ ਬੱਚਿਆਂ ਦੇ ਸਪੋਰਟਸ, ਬੇਸਬਾਲ ਗੇਮ ਹੋ ਰਹੇ ਨੇ, ਬਾਸਕਟਬਾਲ ਗੇਮ ਹੋ ਰਹੇ ਨੇ, ਫੈਮਿਲੀ ਬੈਠੀ ਹੈ ਨਾਲ, ਬੈਠੀ ਹੈ, ਉਹਨਾਂ ਦੇ ਸ਼ੋਜ਼ ਹੋ ਰਹੇ ਨੇ, ਡਰਾਮਾ ਸ਼ੋਜ਼, ਸਿੰਗਿੰਗ ਸ਼ੋਜ਼, ਪੇਰੈਂਟਸ, extended family, everyone is coming, watching. ਤੇ ਮੈਂ ਕਿਹਾ ਇਹਨਾਂ ਦੇ ਕੋਲ ਬੜਾ ਟਾਈਮ ਹੁੰਦਾ ਹੈ. ਐਂਡ ਦੈਨ ਆਈ ਰਿਅਲਾਈਜ਼ ਕਿ ਯਾਰ ਕੈਨੇਡਾ ਦਾ ਕਲਚਰ ਡਿਫਰੈਂਟ ਹੈ. ਉੱਥੇ 9 to 5 ਵਰਕ ਕਲਚਰ ਹੈ. ਆਫਟਰ 5 no one cares about work ਨਾ. ਫੈਮਿਲੀ ਲਾਈਫ ਇਜ਼ ਇਕੁਅਲੀ ਇੰਪੋਰਟੈਂਟ, ਐਂਡ ਦੈਟਸ ਵਾਟ ਟ੍ਰਿਗਰਡ ਅਸ ਕਿ ਯਾਰ ਇੰਡੀਆ ਦੇ ਵਿੱਚ ਰੇਸ 'ਚ ਨਹੀਂ ਪੈਣਾ, ਇੱਥੇ ਮੂਵ ਹੁੰਦੇ ਆ. 9 to 5 ਫੈਮਿਲੀ ਨੂੰ ਟਾਈਮ ਦੇਵਾਂਗੇ, ਬਟ ਇੱਥੇ ਆ ਕੇ ਸਮਵੇਅਰ ਵੀ ਗੋਟ lost in the race again. But when she said that, it brought me back, no, remember why you came here. Please give back the time to the family. Please spend time to the family. So we now make conscious efforts to do that. Nice. Acha, coming to your profession, what you said ਕਿ ਤੁਹਾਨੂੰ ਹੁਣ ਟਾਈਮ ਨਹੀਂ ਮਿਲਦਾ. So 2018 ਦੇ ਵਿੱਚ ਤੁਸੀਂ ਆਏ, you said, and we are in 2024. 6 ਸਾਲ ਹਾਲੇ ਪੂਰੇ ਹੋਣੇ ਆ ਜੀ. ਲੋਕ 2018 ਚ ਆਏ, ਹੁਣ ਤੱਕ I see many people, they are struggling to get the PR. 6 ਸਾਲਾਂ ਚ ਲੋਕਾਂ ਦੀ PR ਨਹੀਂ ਹੋਈ. ਇੱਦਾਂ ਦਾ ਕੀ ਲੈ ਕੇ ਆਏ ਸੀ, ਬ੍ਰੋਕਰੇਜ ਖੋਲ ਲਈ? ਨਹੀਂ, ਕੁਛ ਨਹੀਂ ਲੈ ਕੇ ਆਏ ਸੀ. ਯੂ ਨੋ ਵਾਟ, ਐਵਰੀਬਡੀਜ਼ ਜਰਨੀ ਇਜ਼ ਡਿਫਰੈਂਟ, ਐਂਡ ਜਿੱਥੇ ਸਟਰਗਲ ਹੈਗੀ ਮੈਂ ਉਸਨੂੰ, ਉਹ ਹੈਗੀ, ਆਈ ਡੋਂਟ ਡਿਨਾਈ ਇਟ. ਯੂ ਨੋ ਵਾਟ, ਅਸੀਂ ਅੱਜ ਦੇਖ ਰਹੇ ਹਾਂ 2018 ਦੇ ਵਿੱਚ I was 33 when you came. So my struggle period was started when I was in 20s. ਤੁਸੀਂ ਨਾ ਅੱਜ ਦੀ ਡੇਟ 'ਚ ਮੈਨੂੰ 11 years later ਮੇਰੇ ਸਟਰਗਲ ਨੂੰ ਕੰਪੇਅਰ ਨਹੀਂ ਕਰ ਸਕਦੇ. ਮੈਂ ਸਟਰਗਲ ਫੇਸ ਕੀਤਾ ਸੀ ਜਦ ਮੈਂ ਆਪਣੇ 20s ਦੇ ਵਿੱਚ ਸੀ, ਜਦ ਮੈਂ ਆਪਣੀ ਇੰਜੀਨੀਅਰਿੰਗ ਕਰੀ. ਡਿਊਰਿੰਗ ਮਾਈ ਇੰਜੀਨੀਅਰਿੰਗ ਵੀ lost our mom, we had family issues, you know, financially we were just hanging by a thread. You know, emotionally there were turbulences, issues. Then I went to do my first job. ਉੱਥੇ ਮੈਂ ਆਪਣੀ ਲਾਈਫ ਦੇ ਵਿੱਚ tough times ਦੇਖੇ ਨੇ. ਉਹ ਸ਼ੁਰੂਆਤੀ I would say 2-3-4 years they were very tough. So ਹਰ ਬੰਦੇ ਦੀ ਲਾਈਫ ਦੇ ਵਿੱਚ ਇੱਕ ਟਾਈਮ ਆਉਂਦਾ ਹੈ when they have struggle, when they are starting up. And I think most of the people ਜਿਹੜੇ ਹੁਣੇ ਕੈਨੇਡਾ ਆ ਰਹੇ ਨੇ, ਜਿਵੇਂ ਅਗਰ ਮੈਂ ਪੰਜਾਬ ਦੀ ਗੱਲ ਕਰਾਂ, ਜਨਰਲੀ ਬੱਚੇ 10th ਪਾਸ ਕਰਕੇ ਆਉਂਦੇ ਨੇ. That's the time they are bound to
go through that struggle, because you can go. ਤੁਸੀਂ start ਕਰ ਰਹੇ ਹੋ ਆਪਣੀ ਲਾਈਫ, ਇੱਕ ਵਾਰੀ ਤੁਸੀਂ ਸੈੱਟ ਹੋ ਜਾਂਦੇ ਹੋ 10 years later. I know a lot of success stories here ਜਿਹੜੇ ਐਜ਼ ਅ ਸਟੂਡੈਂਟ ਆਏ ਸੀ, they are, ਅੱਜ ਤੁਸੀਂ ਪੁੱਛੋਗੇ ਅੱਜ ਉਹਨਾਂ ਦੀ ਲਾਈਫ 'ਚ ਕੋਈ ਸਟਰਗਲ ਨਹੀਂ ਹੈ, ਬਟ when they moved here as a student, did they go through struggles? Absolutely yes. Did I go through struggle? Yes, when I was starting up. But when I came to Canada, was it smooth? Yes. But why? Because until then I had lived a lot of those struggles. Padhai de vich we had worked out a lot. Jobs de vich we had worked out a lot. We had grown leaps and bounds in my jobs, and we had passed those struggle stages. Then I was working in India. Even when I planned to came to Canada, मैंने ये नहीं सी कि मैं कोई इस रूट तो आ जावांगा, स्टडी वीज़ा लवा लेंदे हैं, नहीं. It was very clear that if you have to go to Canada, you need this score. To get this score, you need to have a master's degree, which I had. You need to have bachelor's, which I had. You need to get 8,777. Like, that was non-negotiable. We never thought that it would be a problem. Like, I knew when I started what was required, I was like, yeah, I'm a perfect fit. I know I can do all of this. So what was the struggle in 20s? ਕਿੰਨੀਆਂ ਜੌਬ ਕੀਤੀਆਂ, ਮੈਕੈਨੀਕਲ ਤੋਂ ਰੀਅਲਟਰ, ਇਹ ਰੂਟ ਕਿੱਦਾਂ ਬਣਿਆ? Long story. So when I was out there doing engineering, that is 2003, I finished my exams of 12th, and ਉਸ ਵੇਲੇ ਨਾ ENTC, electronics and telecommunication ਦਾ ਬਹੁਤ ਜ਼ਿਆਦਾ ਜ਼ੋਰ ਸੀ. ਤਾਂ ਜਿਵੇਂ ਕਹਿੰਦੇ ਨਾ ਭੇਡ ਚਾਲ ਦੇ ਵਿੱਚ ਮੈਂ ਵੀ ਚਲਾ ਗਿਆ. ਮੈਂ ਕਿਹਾ I want to do ENTC. So I went to my dad and I said, yeah, ENTC ਕਰਨੀ ਹੈ. ਪਾਪਾ ਨੇ ਕਿਹਾ ਕਿਉਂ ਕਰਨੀ ਹੈ? ਮੈਂ ਕਿਹਾ ਸਾਰੇ ਉਹੀ ਕਰਨ, ਬਹੁਤ ਪੈਸਾ ਉਹਦੇ ਦੇ ਵਿੱਚ. ਉਹਨਾਂ ਨੇ ਕਿਹਾ no, that is not how you should think. So these things make a lot of difference. They help you shape. So my dad took me to one of his friends who was then IIT, and he was IIT in metallurgical engineering, and he was running Oracle and Java course company of his own, IT company. So when I met him, he told me, Avi, there are na 3 evergreen branches of engineering. Ude which his favorite, he said, was mechanical engineering. He said mechanical engineering ਇੱਦਾਂ ਦੀ ਹੈਗੀ ਜੋ ਨਾ ਤੁਹਾਨੂੰ ਐਨਾਲਿਟੀਕਲ ਬਣਾ ਲੈਂਦੀ ਹੈ. ਕਹਿੰਦਾ ਉਹ ਫੀਲਡ ਕਰਕੇ ਤੁਸੀਂ ਕੋਈ ਵੀ ਹੋਰ ਫੀਲਡ ਕਰ ਸਕਦੇ ਹੋ. ਯੂ ਡੋਂਟ ਨੀਡ ਟੂ ਵਰਕ ਓਨਲੀ ਇਨ ਮੈਕੈਨੀਕਲ. ਤੁਸੀਂ ਮੈਕੈਨੀਕਲ ਇੰਜੀਨੀਅਰ ਹੋ ਨਾ, ਤੁਸੀਂ ਇਲੈਕਟ੍ਰਿਕ ਵਾਲਾ ਵੀ ਕੰਮ ਕਰ ਲੋਗੇ, ਤੁਸੀਂ ENTC ਵਾਲਾ ਕੰਮ ਵੀ ਕਰ ਲੋਗੇ, ਤੁਸੀਂ IT ਵਾਲਾ ਕੰਮ ਵੀ ਕਰ ਲੋਗੇ, ਤੁਸੀਂ ਕੰਪਿਊਟਰ ਵਾਲਾ ਵੀ ਕਰ ਲੋਗੇ. ਕਹਿੰਦੇ ਇੱਕ ਬੰਦਾ ਕੰਪਿਊਟਰ ਇੰਜੀਨੀਅਰ ਹੈ, ਉਹ ਮੈਕੈਨੀਕਲ ਇੰਜੀਨੀਅਰਿੰਗ ਵਾਲਾ ਕੰਮ ਨਹੀਂ ਕਰ ਸਕਦਾ. ਰਾਈਟ. ਐਂਡ ਸਮਹਾਉ ਉਹ ਚੀਜ਼ ਨਾ ਮੇਰੇ ਘਰ, ਮਤਲਬ ਵਾਟ ਏਵਰ ਹੀ ਸੈਡ, it was stuck in my mind. And he said, he gave his own example. He said, I did metallurgical engineering and I am running a computer company now, like an IT company. So that was very inspiring, and from there I changed my mind. I said, nahi yaar, mechanical engineering karange. So I went to do mechanical engineering. 4 years in college, very tough. First year I enjoyed, second year was okay. Second year I lost my mom. So uthu thoda ja, I would say, mindset wise, it was a big dhakka to all of us. And I was extremely close to her. So ਮਤਲਬ ਇੱਦਾਂ ਨਹੀਂ ਕਿ ਕਿਸੇ ਨੂੰ ਘੱਟ ਧੱਕਾ ਲੱਗਦਾ, ਬਟ ਮੈਂ ਆਪਣੇ ਲਈ ਕਹਿ ਸਕਦਾ ਮੈਨੂੰ ਬਹੁਤ ਵੱਡਾ ਲੱਗਿਆ ਸੀ. Then the next 2 years I struggled. The first year I was a first class holder. Second year also I was okay. And third year I was struggling in studies. I was just hanging by a thread. Finally fourth year came in and it was really tough. Like, it was that tough ki mere campus placement ho gayi si. But I wasn't sure I'll pass my last exam. Really? And if that would have happened, I would have lost my placement. And that's when my dad sent my brother over, you know, ki yaar, go help your brother. My brother came, nothing, he just stayed with me in the hostel during my last exams. ਉਹਦਾ ਇੱਕੋ ਹੀ ਕੰਮ ਸੀ, ਉਹ ਵਿਚਾਰਾ ਮੈਨੂੰ ਬਕਅਪ ਕਰਦਾ ਰਹਿੰਦਾ ਸੀ ਤੇ ਮੇਰੇ ਲਈ ਪਾਠ ਕਰਦਾ ਰਹਿੰਦਾ ਸੀ ਸਾਰਾ ਦਿਨ. ਆਈ ਥਿੰਕ ਮੇਰੀ ਫੈਮਿਲੀ 'ਚ ਪਰਟੀਕੂਲਰਲੀ ਬ੍ਰਦਰ ਐਂਡ ਫਾਦਰ, ਉਹਨਾਂ ਨੇ ਇੰਨੇ ਪਾਠ ਕੀਤੇ ਕਿ ਮੈਨੂੰ ਨਹੀਂ ਲੱਗਦਾ ਕਿ ਮੈਂ ਉਹ ਫੇਲਡ ਐਗਜ਼ਾਮ ਦੇ ਵਿੱਚ ਵੀ ਪਾਸ ਹੋ ਗਿਆ ਕਿਸੇ ਤਰ੍ਹਾਂ. ਦਿਸ ਇਜ਼ ਦ ਪਾਵਰ ਆਫ ਬਿਲੀਫ ਇਨ ਦ ਗੋਡ. ਮੈਨੂੰ ਇੱਕ ਸਾਖੀ ਸੁਣਾਈ ਸੀ. ਆਈ ਰਿਮੈਂਬਰ ਇੱਕ ਬੰਦੇ ਦਾ ਕੋਈ ਤਾਂ ਐਗਜ਼ਾਮ ਸੀ
ਐਂਡ ਉਹ ਪਾਠ ਕਰਦਾ ਰਹਿ ਗਿਆ ਜਪਜੀ ਸਾਹਿਬ ਦਾ, ਇੰਨਾ ਪਾਠ ਕਰ ਰਿਹਾ ਸੀ ਉਹ ਭੁੱਲ ਗਿਆ। ਅੱਛਾ। ਉਹ ਐਗਜ਼ਾਮ 'ਚ ਪੁੱਛਿਆ ਹੀ ਨਹੀਂ। ਬਾਅਦ 'ਚ ਉਹਨੂੰ ਰਿਅਲਾਈਜ਼ ਹੋਇਆ ਯਾਰ ਆਈ ਮਿਸ ਦ ਐਗਜ਼ਾਮ, ਐਂਡ ਦੈਨ ਰਿਜ਼ਲਟ ਆਇਆ ਉਹ ਪਾਸ। ਅਤੇ ਉਹ ਕਹਿੰਦੇ ਤੇਰੇ ਥਾਂ 'ਤੇ ਵਾਹਿਗੁਰੂ ਜਾ ਕੇ ਐਗਜ਼ਾਮ ਦੇ ਆਏ ਸੀ, ਤੈਨੂੰ ਟੈਨਸ਼ਨ ਨਹੀਂ ਲੈਣੀ, ਤੂੰ ਪਾਠ 'ਤੇ ਜਿੰਨਾ ਬਿਜ਼ੀ ਸੀ। ਇਟਸ ਆਲ ਅਬਾਊਟ ਬਿਲੀਫ। ਤੁਸੀਂ ਮੰਨੋ ਤੇ ਹੈ, ਨਹੀਂ ਮੰਨੋ ਤੇ ਨਹੀਂ ਹੈ। ਐਂਡ ਆਈ ਵਾਜ਼ ਨੋਟ ਦੈਟ ਗ੍ਰੇਟ ਆਫ ਅ ਬਿਲੀਵਰ। ਮਤਲਬ ਮੈਨੂੰ ਲੱਗਿਆ ਸੀ ਅੱਛਾ ਠੀਕ ਹੈ ਯਾਰ, ਇੱਦਾਂ ਥੋੜ੍ਹੀ ਹੋ ਸਕਦਾ, ਕੋਈ ਵਾਹਿਗੁਰੂ ਜਾ ਕੇ ਐਗਜ਼ਾਮ ਥੋੜ੍ਹੀ ਦੇ ਦੇਗਾ। ਬਟ ਵੈਨ ਇਟ ਹੈਪਨਡ ਔਨ ਮਾਈ ਓਨ ਸੈਲਫ, like I remember one of the exams, I there was no way I could have passed. Like, but ਮੇਰੇ ਘਰ ਇੰਨੇ ਪਾਠ ਹੋਏ ਨਾ ਮੇਰੇ ਲਈ, ਮੇਰੀ ਦਾਦੀ ਮਾਂ, ਮੇਰੇ ਪਾਪਾ, ਮੇਰਾ ਬ੍ਰਦਰ, ਦਿਨ ਦੇ ਮੇਰੇ ਖਿਆਲ ਤੋਂ 108 ਪਾਠ ਉਹ ਕਰਦੇ ਸੀ ਜਦ ਤੱਕ ਮੇਰਾ ਰਿਜ਼ਲਟ ਨਹੀਂ ਆਇਆ। ਐਂਡ ਆਈ ਥਿੰਕ ਦੈਟ showed in my results and I passed. So success ਹੋਈ। yeah, ਉੱਥੋਂ ਜੌਬ ਤੇ ਗਏ, ਇੰਜੀਨੀਅਰਿੰਗ ਦੇ ਵਿੱਚ ਜੌਬ ਕੀਤੀ, ਦੁਬਈ, ਨਿਊ ਕੰਟਰੀ, ਥੋੜਾ ਡੋਮੀਨੇਟਡ। ਅੱਛਾ, ਦੁਬਈ ਵੀ ਰਹੇ? ਦੁਬਈ ਰਹੇ। ਕਿੰਨੇ ਸਾਲ? 2 years I was in Dubai. 2 years you were there. And you were doing mechanical jobs? ਹਾਂਜੀ, I was into core construction. 7 years ਆਪਣੀ ਲਾਈਫ ਤੇ ਮੈਂ ਕੋਰ ਕੰਸਟਰਕਸ਼ਨ ਦੇ ਵਿੱਚ ਦਿੱਤੇ ਨੇ। ਲੋਟ ਆਫ ਪੀਪਲ ਸੇ ਇੰਜੀਨੀਅਰਿੰਗ ਕਰਕੇ ਤੁਸੀਂ ਜਨਰਲੀ ਪੀਪਲ ਸੇ MBA ਕਰ ਲੈਂਦਾ ਹੈ ਜਾਂ ਕੋਈ ਮੈਨੇਜਰ ਬਣ ਜਾਂਦਾ, ਇਟਸ ਅ ਵੇਸਟ ਆਫ ਇੰਜੀਨੀਅਰਿੰਗ। ਸੋ ਆਈ ਆਲਵੇਜ਼ ਟੈਲ ਟੂ ਮਾਈ everyone, I say no, we didn't waste engineering. 7 years I worked core into my field, into engineering field. ਉੱਥੇ ਗਿਆ, ਉੱਥੇ there was a lot of struggle ਦੁਬਈ ਦੇ ਅੰਦਰ। you know, ਉਸ ਵੇਲੇ 2007 things were different. What you see and hear Dubai today is a far advanced version what it was back then. Back then ਤੁਸੀਂ ਉਤਰਦੇ ਸੀ, ਸਭ ਤੋਂ ਪਹਿਲੇ ਤੁਹਾਡੇ ਪਾਸਪੋਰਟ ਰੱਖੇ ਜਾਂਦੇ ਸੀ ਦੁਬਈ ਦੇ ਵਿੱਚ। ਤੁਹਾਡੀ ਕੰਪਨੀ ਕਿਉਂਕਿ ਸਪੋਂਸਰ ਕਰਦੀ ਸੀ, ਤੁਹਾਨੂੰ ਫਰੀਡਮ, ਜੋ ਤੁਸੀਂ ਕਿਹਾ ਨਾ, ਫਰੀਡਮ ਨਹੀਂ ਹੁੰਦੀ ਸੀ। ਜਾਂਦੇ ਹੀ ਪਾਸਪੋਰਟ ਲੈ ਕੇ ਲੋਕਰ ਦੇ ਵਿੱਚ, ਤੁਹਾਨੂੰ ਦੇਣੇ ਨਹੀਂ, ਤੁਸੀਂ ਜਾ ਨਹੀਂ ਸਕਦੇ ਕੰਟਰੀ ਤੋਂ ਬਾਹਰ ਉਹਨਾਂ ਤੋਂ ਪੁੱਛੇ ਬਿਨਾਂ। ਇਟ ਵਾਜ਼ ਆਲ ਰੇਤ, ਦੂਰ ਅਸੀਂ ਵੀ ਵਰ 5 kids, ਵੀ ਵੈਂਟ ਟੂਗੈਦਰ। ਇੱਕ ਬੰਦੇ ਨੂੰ ਇੱਥੇ ਰੱਖਿਆ, ਇੱਕ ਨੂੰ 5 ਕਿਲੋਮੀਟਰ ਦੂਰ। ਐਂਡ ਤੁਸੀਂ ਘਰ ਤੋਂ ਬਾਹਰ ਨਿਕਲੋ, ਤੁਸੀਂ ਮਿੱਟੀ ਦੇਖਦੇ ਹੋ ਬਸ, ਤੁਹਾਨੂੰ ਕੁਛ ਨਜ਼ਰ ਨਹੀਂ ਆਉਂਦਾ। ਤੁਹਾਨੂੰ ਕਿੱਥੇ ਲੱਗਦਾ ਯਾਰ ਕਿੱਥੇ ਆ ਗਏ। And then you're so dependent on others. I remember the very first week I was missing, ਤੇ ਮੈਂ ਨਾ ਜਿਹੜਾ ਮੇਰਾ ਡਰਾਈਵਰ ਹੁੰਦੇ ਸੀ ਨਾਲ, ਮੈਂ ਉਹਨਾਂ ਨੂੰ ਕਿਹਾ ਯਾਰ ਮੈਨੂੰ ਗੁਰਦੁਆਰੇ ਲੈ ਚਲੋ। ਉਹਨੇ ਕਿਹਾ ਨਹੀਂ, ਮੈਂ ਨਹੀਂ ਲੈ ਕੇ ਜਾਂਦਾ। I felt a little bad. I was an engineer and that was his job technically. And I told him, he said no, ਮੈਂ ਨਹੀਂ ਲੈ ਕੇ ਜਾਂਦਾ। ਤੇ ਮੈਂ ਕਿਹਾ ਯਾਰ please. So he took me and then he left me and went from there. But why he said no? ਇੱਕ ਨਾ ਥੋੜਾ ਜਿਹਾ ਮੈਂ ਦੇਖਿਆ ਸ਼ੁਰੂਆਤ 'ਚ ਨਾ ਇੱਕ ਈਗੋ ਕਲੈਸ਼ ਜ਼ਰੂਰ ਹੁੰਦਾ ਹੈ। when someone is old in the system and I am a new boy, 22 years old, came out all of an engineer and now heading the division, like ਮੇਰਾ ਕੰਮ ਹੁੰਦਾ ਸੀ, I was installation engineer, operations engineer. So I had a team of 46 laborers, 5 foremen, 3 drivers, and I was heading that team. All of a sudden ਉਹਨਾਂ ਨੂੰ ਨਾ ਹਰ ਬੰਦੇ ਨੂੰ ਹੋਏਗਾ, ਮੈਨੂੰ ਲੱਗਦਾ ਇੱਕ ਥ੍ਰੈਟ ਫੀਲ ਹੁੰਦਾ ਹੈ ਕਿ ਯਾਰ ਇਹ 20 ਸਾਲ ਦਾ ਮੁੰਡਾ ਸਾਨੂੰ ਆ ਕੇ ਕੀ ਸਿਖਾਏਗਾ। ਅਸੀਂ ਇਸ ਕੰਪਨੀ ਨਾਲ ਇਹ ਕੰਮ ਨੂੰ 20 ਸਾਲਾਂ ਤੋਂ ਕਰ ਰਹੇ ਨੇ ਜਦ ਤੋਂ ਇਹ ਪੈਦਾ ਹੋਇਆ। ਤਾਂ ਐਂਡ ਦੈਨ ਨਾਓ ਹੀ ਇਜ਼ ਆਵਰ ਬੌਸ ਆਲ ਆਫ ਅ ਸਡਨ। ਐਂਡ ਆਈ ਥਿੰਕ it takes time to build that rapport. That could have been a reason that prompted them to say no. Plus ਉੱਥੇ ਲਾਇਸੈਂਸ ਦੀ ਬਹੁਤ ਵੈਲਿਊ ਹੁੰਦੀ ਸੀ। ਇਟ ਵਾਜ਼ ਵੈਰੀ ਡਿਫਿਕਲਟ ਟੂ ਗੈਟ ਦ ਲਾਇਸੈਂਸ। I remember I came out, मतलब वो छड़ के चले गए, मैं मत्था टेक के वापस आया, there is no one and I don't know anyone. Phone calls used to be chargeable. मतलब I was crying, I'm like okay, what do I do? So I called my dad. I said, Dad, मेरे को ना अपने बॉस को मस्का लगाना पड़ेगा. These were the words I used. And he said, बेटा तूनू जिसनू मस्का लगाना चाहिए ना वो वाहिगुरू है, उन्हों मस्का लगाओ, बाकी सारे रास्ते अपने आप खुलेंगे. And again that thing stuck in my mind, yaar okay. So then utthon धीरे how I built up relations with those people. Uthe vi there was a lot of different type of crowd. Punjabi community we see, Malayali community we see, Gujarati community we see. And हर बंदा ਤੁਹਾਨੂੰ ਨਾ ਇੱਕ ਸ਼ੱਕ ਭਰੀ ਨਿਗਾਹਾਂ ਤੋਂ ਦੇਖਦਾ ਹੈ. 20 year old all of a sudden boss ਬਣ ਕੇ ਆ ਗਿਆ, 4-5 ਪੰਜਾਬੀ ਬੰਦੇ ਨੇ ਉਹਨਾਂ ਨੂੰ ਫੇਵਰ ਕਰੇਗਾ. You have to navigate those problems with time.
And eventually, I would say 6 months later, I had such a great relationship that people were ready to go any lengths for what I do. But you need to prove yourself. It doesn't come overnight. So I worked really hard ਉੱਥੇ ਜਾ ਕੇ. ਬਹੁਤ ਲੋਕਾਂ ਨੇ ਮੈਨੂੰ ਸ਼ੇਪ ਕਰਨ ਦੇ ਵਿੱਚ they played a very important role. I think ਤੁਹਾਡਾ exposure ਹੀ ਸਭ ਤੋਂ ਜ਼ਿਆਦਾ ਮੈਟਰ ਕਰਦਾ ਹੈ. Thanks to my colleagues, I still remember their names fresh in my mind, every single one of them. जो भी मतलब दैट वॉज माई फर्स्ट जॉब राइट. और फर्स्ट जॉब में अगर आपको सही टीम मिले, सही लोग मिले, द गाय हु हायर्ड मी इन द फर्स्ट प्लेस, हिज नेम वाज, एंड आई वुड लाइक टू टेक द नेम्स हियर बिकॉज if they see this interview they will feel that I remembered them and I still thank them for them. Joseph Koshi, he was the one who hired me. A gem of a guy. He was Kerala guy, Malayali guy, but born and brought up in Hyderabad. He was the one who could see something in me because he came all the way to my college, hired me, and then when I went there, there was a Syrian guy I was directly working with, and then there was another guy, Jaydev Menon. He's still there. I think he's still there with the company. So hats off to him. Such a long time. 2007, and today is 17 years later. He's still there. Yeah. And then Ali Bhai. So lots of people. Nice. Every single one had a role to play. ਕਿਸੇ ਨੇ ਪੋਜ਼ਿਟਿਵ ਸਿਖਾਇਆ, ਕਿਸੇ ਨੇ ਜਿੱਥੇ ਥੋੜੀ ਜੀ ਨੈਗੇਟਿਵਿਟੀ ਵੀ ਮਿਲੀ ਉੱਥੇ ਸਾਨੂੰ ਸਿੱਖਣ ਨੂੰ ਮਿਲਿਆ ਕਿ ਯਾਰ ਕੀ ਨਹੀਂ ਕਰਨਾ ਹੈ. ਐਂਡ it takes time for you to build up. And I think those were the struggles that I faced in the initial life. Eventually it eased because you make your place and then you work really hard. So here in Canada, why you chose to be a realtor? ਤੁਸੀਂ realtor ਬਣਨ ਦਾ ਹੀ ਕਿਉਂ ਸੋਚਿਆ? ਕਿਉਂਕਿ ਪੈਸੇ. ਅੱਛਾ, ਇਹ ਵੀ ਮਤਲਬ ਲੋਕ ਕਹਿੰਦੇ ਆ ਜੀ ਬਹੁਤ ਪੈਸੇ ਕਮਾਉਂਦੇ ਆ. ਹਾਂਜੀ, ਬਹੁਤ ਨਹੀਂ. ਸੀ ਆਈਲ ਬੀ ਫਰੈਂਕ ਵਿਦ ਯੂ, ਮੈਂ ਬੈਂਕਿੰਗ 'ਚ ਆਇਆ ਸੀ. ਮੈਂ ਇੰਡੀਆ ਲਾਸਟ ਜੋਬ ਜਿਹੜੀ ਮੇਰੀ ਸੀ ਉਹ ਇੰਡੀਆ ਦੇ ਵਿੱਚ ਬੈਂਕਿੰਗ ਦੇ ਵਿੱਚ ਸੀ. ਸੋ ਦ ਫਸਟ ਈਜ਼ੀ ਵੇ ਟੂ ਕਮ ਇਨ ਕੈਨੇਡਾ ਵਾਜ਼ ਬੈਂਕਿੰਗ. ਐਂਡ ਵੈਨ ਆਈ ਡਿਡ ਮਾਈ ਰਿਸਰਚ ਆਈ ਰਿਅਲਾਈਜ਼ਡ ਓਕੇ ਮੇਰਾ ਜੋ ਰੋਲ ਹੈ ਉਹ ਮੈਂ ਕੈਨੇਡਾ ਦੇ ਵਿੱਚ ਸਟਾਰਟ ਕਰਾਂਗਾ. ਅਤੇ ਐਟ ਦੈਟ ਟਾਈਮ $55,000 ਵਾਜ਼ ਦਾ ਸਟਾਰਟ ਸੈਲਰੀ, ਹੋਲ ਈਅਰ ਪੈਕੇਜ. 55,000 a year. ਅਤੇ ਮੈਨੂੰ ਸੀ ਕਿ ਯਾਰ ਹੋਪਫੁਲੀ ਉਹ ਹੋ ਜਾਏਗਾ. And as I said, Canada ਆਉਣ ਤੋਂ ਪਹਿਲਾਂ ਹੀ I did my first round of interview with TD Bank. Oh, ਅੱਛਾ. So my brother, so since we were all coming together, ਸਾਡੀ ਟਿਕਟਾਂ ਨਾਲ ਸੀ, but then I had a kid and I had a dog as well. And we were a little worried with the dog, we'll not even get a place to live. So ਮੈਂ ਅਮਨ ਨੂੰ ਰਿਕੁਐਸਟ ਕੀਤਾ ਆਪਣੇ ਬ੍ਰਦਰ ਨੂੰ, ਮੈਂ ਕਿਹਾ ਯਾਰ ਤੂੰ 1 ਮਹੀਨੇ ਪਹਿਲੇ ਚਲਾ ਜਾ. ਐਂਡ ਨਾ ਉਹ ਕਹਿੰਦੇ ਨਾ ਕਿ ਤੁਹਾਡੀ ਲਾਈਫ ਦੇ ਵਿੱਚ ਜਿੰਨੀ ਪ੍ਰੋਬਲਮ ਹੈਗੀ ਉਹ ਤੁਸੀਂ, ਮੈਂ ਉਹਨੂੰ ਇੰਨਾ ਪ੍ਰੈਸ਼ਰ ਦਿੱਤਾ, ਮੈਂ ਕਿਹਾ ਤੂੰ 1 ਮਹੀਨੇ ਪਹਿਲੇ ਜਾਏਗਾ, ਤੂੰ ਘਰ ਵੀ ਫਾਈਨਲ ਕਰੇਗਾ, ਤੂੰ ਗੱਡੀ ਵੀ ਲੈ ਲਏਗਾ. ਮੈਂ ਕਿਹਾ ਮੈਂ ਉਤਰਾਂ ਨਾ, ਮੈਨੂੰ ਰਾਜਮਾ ਚਾਵਲ ਨਾਲ ਸਵਾਗਤ ਹੋਣਾ ਚਾਹੀਦਾ. ਉਸ ਵੇਲੇ ਤੁਸੀਂ ਪਾਠ ਕਰਦੇ ਸੀ ਉਹਨਾਂ ਲਈ? ਜ਼ਰੂਰ. ਐਂਡ ਹੀ ਮੇਡ ਦੈਟ ਹੈਪਨ. ਨਾਈਸ. ਸੋ ਆਈ ਡਿਡਨਟ ਫੇਸ ਐਨੀ ਟਰਬਲ ਐਟ ਆਲ ਜਸਟ ਬਿਕੋਜ਼ ਹੀ ਵਾਜ਼ ਦੇਅਰ. ਵੈਨ ਆਈ ਲੈਂਡਡ, ਮੈਨੂੰ ਲੈਂਡ ਬਾਹਰ ਗੱਡੀ ਆਈ ਸੀ, ਠੀਕ ਹੈ, ਮੇਰੇ ਸਮਾਨ, ਸੂਟਕੇਸ, ਡੌਗ, ਮੈਂ ਆਇਆ, ਸਾਰਾ ਕੁਝ ਪਾਇਆ, ਇਸੀ ਗੱਡੀ 'ਚ ਬੈਠਿਆ, ਇੱਕ ਗੱਡੀ 'ਚ ਸਮਾਨ ਲੋਡ ਹੋਇਆ, ਇੱਕ ਗੱਡੀ 'ਚ ਮੈਂ ਬੈਠਿਆ. ਵੀ ਵੈਂਟ ਹੋਮ, ਰਾਜਮਾ ਚਾਵਲ ਬਣੇ ਡਾਈਨਿੰਗ ਟੇਬਲ 'ਤੇ. ਮਤਲਬ ਆਈ ਡਿਡਨਟ ਹੈਡ ਐਨੀ ਪ੍ਰੋਬਲਮ. Did he go through problem? Absolutely yes. I think 100%. For that 1 month he had a lot of issues because again unhe bhi nahi a concept basement and Airbnb and then the pressure ki yaar 1 mahine ch mere bhra ne aana hai, us to pehle main ghar bhi final karna hai. Ghar tusi land jao, proper ghar, agar basement di ਗੱਲ nahi, tusi ghar land jao, ਲੋਕੀ ਪੁੱਛਦੇ ਨੇ credit score ਹੈ ਕਿ ਨਹੀਂ, job ਹੈ ਕਿ ਨਹੀਂ, ਨਾ job ਨਾ credit scores, new to country, but he still managed to get a detached house for us, brand new, ready for move in. So ਮੈਨੂੰ ਨਹੀਂ ਪਤਾ, ਮੈਨੂੰ ਪ੍ਰੋਬਲਮ ਨਹੀਂ ਹੋਈ, ਉਸ ਵਿਚਾਰੇ ਨੇ ਜ਼ਰੂਰ 10 15 25 30 ਦਿਨ he had to walk. He told me horror stories, buses, ਗੱਡੀ ਨਹੀਂ ਸੀ, basement ਵੀ ਰਹੇ 10 ਦਿਨ. So yeah, but everyone has this journey. But ਜਿਹੜੇ ਲੋਕ ਸੁਣਦੇ ਆ ਜਾਂ ਕਨੈਕਟ ਕਰਦੇ ਆ ਨਾ, ਉਹਨਾਂ ਨੂੰ ਇਹ ਲੱਗਦਾ ਹੈ ਕਿ ਫਿਰ ਤਾਂ ਪੈਸੇ ਬਹੁਤ ਲੈ ਕੇ ਆਏ ਹੋਣੇ. ਕੋਈ ਪੈਸੇ ਨਹੀਂ ਸੀ ਮੇਰੇ ਕੋਲ. ਮੈਂ, ਤੁਸੀਂ ਅਗਰ ਮੇਰਾ ਬੈਕਗਰਾਉਂਡ ਸੁਣ ਲੋਗੇ ਨਾ, ਤੁਸੀਂ you will be stunned. Like see, we don't come from a very high class family. As I said, we were always hanging by a thread until we went to Dubai and Qatar, me and my brother, and we worked really hard over there and we made a lot of money which we spent all in India. ठीक है. And then we moved back to India. And फिर ਅਸੀਂ India just ਰਹਿਣ ਲੱਗੇ. ਉੱਥੇ again we were at good packages, but ਉਹ ਇੰਨਾ ਹੀ ਹੁੰਦਾ ਹੈ ਕਿ ਤੁਸੀਂ India sustain ਕਰ ਪਾਓ.
ਮੇਰਾ ਇੱਕ ਰੀਜ਼ਨ ਕੈਨੇਡਾ ਆਉਣ ਦਾ ਇਹ ਵੀ ਸੀ ਕਿ ਯਾਰ ਮੈਂ ਇੰਡੀਆ ਰਹਿ ਕੇ ਸ਼ਾਇਦ ਘਰ ਨਹੀਂ ਲੈ ਪਾਵਾਂਗਾ ਅੱਛਾ ਲਾਈਫ 'ਚ। ਕਿਉਂਕਿ ਇੰਡੀਆ ਦੇ ਵਿੱਚ ਇੱਕ ਅਪਾਰਟਮੈਂਟ ਵੀ ਲੈਣ ਜਾਓ ਨਾ, ਹਾਂ ਆਈ ਯੂਜ਼ਡ ਟੂ ਬੀ ਇਨ ਪੁਣੇ, ਉਹ 1 ਕਰੋੜ 1.5 ਕਰੋੜ ਦਾ ਹੈ। ਅੱਛਾ 20% ਵੀ ਚਾਹੀਦਾ ਤੇ 30 ਲੱਖ ਚਾਹੀਦਾ। ਮੇਰੇ ਕੋਲ ਤੇ ਸੀ ਨਹੀਂ 30 ਲੱਖ, ਐਂਡ ਆਈ ਡਿਡਨਟ ਸੀ ਐਨੀ ਵੇ ਟੂ ਐਂਡ ਅਪ ਸੇਵ 30 lakhs. ਤੇ we didn't had any money. Particularly if I talk about myself, even while coming to Canada we had to show funds show ਕਰਨੇ ਪੈਂਦੇ ਨੇ। I think $12,000-15,000 show ਕਰਨਾ ਪੈਂਦਾ if I'm not wrong for a family of 3 ਜਾਂ 11,000 whatever. ਮਤਲਬ ਮੇਰੇ ਕੋਲ ਉਹ ਵੀ ਨਹੀਂ ਸੀ। My wife was very supportive. I remember when we were moving here, she sold all her jewelry for this, all her jewelry. It's a big deal. People don't disclose this, but ਮੈਨੂੰ ਕੋਈ ਸ਼ਰਮ ਨਹੀਂ ਹੈ ਕਿਉਂਕਿ ਨਾ ਇਹ ਚੀਜ਼ਾਂ ਬਣ ਵੀ ਜਾਂਦੀਆਂ ਹਨ, ਵਿਗੜ ਵੀ ਜਾਂਦੀਆਂ ਹਨ। She sold all her jewelry, we sold our cars, bikes, whatever we had, just to show that money. ਉਹਦੇ ਬਾਅਦ ਵੀ when we were actually traveling, we didn't want it to break ਕਿਉਂਕਿ ਉਹ ਪੈਸੇ ਤੋੜ ਕੇ ਇੰਡੀਆ ਹੀ ਰੱਖੇ 10-15 ਲੱਖ ਜੋ ਵੀ ਬਣਦੇ ਨੇ, I don't know, 8-10 ਲੱਖ ਉਹ ਇੰਡੀਆ ਹੀ ਰੱਖੇ ਸੀ। ਮੈਨੂੰ ਸੀ ਉਹ ਤੋੜ ਕੇ ਇੱਥੇ ਵੀ ਨਾ ਲਿਆਈਏ। ਮੈਂ ਖਾਲੀ ਹੱਥ ਆਇਆ ਸੀ, ਮੇਰੇ ਕੋਲ ਇੱਕ HDFC ਦਾ ਕ੍ਰੈਡਿਟ ਕਾਰਡ ਸੀ। ਆਈ ਬਰੌਟ ਜ਼ੀਰੋ ਕੈਸ਼। ਆਈ ਐਂਟਰਡ ਇਨਟੂ ਦ ਕੰਟਰੀ। ਮੈਂ ਕਿਹਾ ਉਹ ਵੀ ਸੋਚਾਂਗੇ ਜਿਹੜਾ ਬੰਦਾ ਕੁੱਤਾ ਨਾਲ ਲਿਆ ਰਿਹਾ ਰਹੀ ਸੀ ਇਹਨਾਂ ਤੋਂ ਕੀ ਪ੍ਰੂਫ ਆਫ ਫੰਡ ਮੰਗਣਾ, ਰਾਈਟ? ਤੇ that trick worked. They never asked, I never showed. I came back here, then I got $5,000 with me. ਇੱਥੇ ਆ ਕੇ ਇੰਡੀਆ ਤੋਂ ਮੰਗਾਇਆ ਸੀ $5,000। ਅੱਛਾ ਜੀ। ਅਮਨ ਪਹਿਲੇ ਆਇਆ ਹੋਇਆ ਸੀ ਤਾਂ he got the job within 1 month. Again, not got the job, he snatched a job. ਇਹ ਮੈਟਰ, ਇਹ ਮਾਈਂਡਸੈਟ ਦਾ ਡਿਫਰੈਂਸ ਹੈ। ਅਸੀਂ ਆਉਂਦੇ ਆ ਨਾ, ਮੈਂ ਅੱਜ ਵੀ ਲੋਕਾਂ ਨੂੰ ਦੇਖਦਾ, ਬੰਦਾ ਕੈਨੇਡਾ ਉਤਰਦਾ ਹੈ ਨਾ, ਉਸ ਤੋਂ ਤੁਸੀਂ ਪੁੱਛੋ ਤੁਹਾਡਾ ਮਾਈਂਡਸੈਟ ਕੀ ਹੈ ਨਾ, ਉਹ ਕਹਿੰਦਾ ਜੀ ਜਾਂ ਟਰੱਕ ਚੜਾ ਲੈਂਗੇ ਜਾਂ ਆਪਾਂ ਕੀ ਕਹਿੰਦੇ ਵੇਅਰ ਹਾਊਸ 'ਤੇ ਚਲੇ ਜਾਵਾਂਗੇ ਜਾਂ ਸਿਕਿਉਰਿਟੀ ਲਾਇਸੈਂਸ ਲੈ ਲਾਂਗੇ। ਮਾਈਂਡਸੈਟ ਉਦੋਂ ਬਾਹਰ ਕਿਤੇ ਜਾ ਹੀ ਨਹੀਂ ਰਿਹਾ। ਆਈ ਰਿਮੈਂਬਰ ਮਾਈ ਬ੍ਰਦਰ ਟੋਲਡ ਮੀ ਦੈਟ ਵੈਨ ਹੀ ਕੇਮ, he was heading the corporate division of Audi in India. It was a big deal. ਇੱਥੇ ਆਇਆ, he was like ਕਿ ਮੈਨੂੰ ਗੱਡੀਆਂ ਦੇ ਵਿੱਚ ਹੀ ਜਾਣਾ, ਮੇਰਾ ਕੰਮ ਉਹੀ ਹੋਣਾ। ਬਟ he called every single dealership in the city. And he called not ਕਿ ਤੁਹਾਡੇ ਕੋਲ ਕੋਈ ਜੌਬ ਹੋਵੇ ਤੇ ਦੱਸਣਾ। He said, I want to meet you. Nice. And people asked, why? I want a job. No, we don't have a job. Kehta, I don't care. I still want to meet you. I want to meet the general manager. I don't care whether you have a job or not. I want to meet you. That's the difference in mindset of the people. ਉਹਨੇ ਆਪਣੀ ਜੌਬ ਖੁਦ ਕ੍ਰੀਏਟ ਕਰਵਾਈ ਹੈ। ਉਹ ਗਿਆ ਉੱਥੇ ਲੜਿਆ, ਉਹਨੇ ਆਪਣੀ ਜੌਬ ਕ੍ਰੀਏਟ ਕਰਵਾਈ, ਐਂਡ ਦੈਨ ਹੀ ਪਰਫਾਰਮਡ ਐਂਡ ਗੇਵ them a reason to say ਕਿ ਯਾਰ ਜੋ ਅਸੀਂ ਡਿਸੀਜਨ ਲਿੱਤਾ ਸੀ that was great. So that's the kind of mindset of the people that you need to be with. ਅਗਰ ਸਾਰੇ ਸਿਕਿਉਰਿਟੀ ਔਰ ਇਹੀ ਕਰਦੇ ਰਹਾਂਗੇ ਤਾਂ ਦੈਨ ਯੂ ਕਾਂਟ ਬਲੇਮ ਨੋ ਕਿ ਮੇਰਾ ਕੁਝ ਬਣਿਆ ਨਹੀਂ। ਸੋ ਅਗੇਨ ਆਈ ਨੋ ਕਿ ਕਈਆਂ ਦੇ ਲਈ ਬਹੁਤ ਔਖਾ ਹੈ, ਕਈਆਂ ਦੇ ਲਈ ਬਹੁਤ ਕਹਿ ਸਕਦੇ ਹੋ ਸਮੂਥ ਵੀ ਹੈ, ਬਟ ਸਟਰਗਲ ਇਜ਼ ਆਲਵੇਜ਼ ਦੇਅਰ। ਵਾਈ ਯੂ ਚੋਜ਼ ਦੀ ਪ੍ਰੋਫੈਸ਼ਨ ਰੀਅਲਟਰ? ਪਹਿਲਾਂ ਤਾਂ ਤੁਸੀਂ ਕਿਹਾ ਕਿ ਪੈਸੇ ਹੁੰਦੇ ਆ। ਇੰਡੀਆ ਦੇ ਵਿੱਚ ਮਾਈਂਡਸੈਟ ਸੀਗਾ ਕਿ ਘਰ ਨਹੀਂ ਲੈ ਸਕਦੇ। ਸਟਿਲ ਪੀਪਲ ਥਿੰਕ, ਐਂਡ ਆਈ ਐਮ ਦੀ ਪਾਰਟ ਆਫ ਦੈਟ ਟਰਾਈਬ ਕਹਿ ਸਕਦੇ ਹੋ, ਕਿ ਇੱਥੇ ਵੀ ਸਾਨੂੰ ਇਹੀ ਲੱਗਦਾ ਹੈ 3 ਸਾਲ 4 ਸਾਲ ਜੌਬ ਕਰਨ ਤੋਂ ਬਾਅਦ ਪੀਪਲ ਆਰ ਫੀਲਿੰਗ ਇਨ ਕੈਨੇਡਾ ਕਿ ਉਹ ਘਰ ਨਹੀਂ ਲੈ ਸਕਦੇ। ਸੋ ਵਾਟ ਮੇਡ ਯੂ ਅ ਰੀਅਲਟਰ ਐਂਡ ਹਾਊ ਯੂ ਵਿਲ ਆਨਸਰ ਦਿਸ ਕਿ ਇੱਥੇ ਘਰ ਲੈ ਸਕਦੇ ਹੋ? ਸੋ 8-9 months into the job, ਜੋ ਮੈਂ 55,000 ਸੋਚ ਕੇ ਆਇਆ ਸੀ, ਬਾਈ ਦ ਗ੍ਰੇਸ ਆਫ ਗੋਡ ਆਈ ਵੁੱਡ ਸੇ ਟੱਚ ਵੁੱਡ, ਕਦੇ ਕਹਿੰਦੇ ਨਾ ਤੁਸੀਂ, ਕਦੇ ਤੁਹਾਡਾ ਲੱਕ ਵੀ ਤੁਹਾਡਾ ਸਾਥ ਦਿੰਦਾ ਹੈ। ਇਹ ਨਹੀਂ ਕਿ ਮੈਂ ਮਤਲਬ ਕੁਝ ਆਊਟ ਆਫ ਦ ਵਰਲਡ ਕੀਤਾ, ਬਟ ਆਈ ਵਾਸ ਕਲੋਜ਼ ਟੂ ਮੇਕਿੰਗ $100,000 a year. ਓਕੇ। ਐਂਡ ਜਦ ਮੈਂ ਧੀਰੇ ਧੀਰੇ ਇਸ ਕੰਟਰੀ ਵਿੱਚ ਰਿਹਾ ਨਾ, ਆਈ ਰੀਅਲਾਈਜ਼ ਦੇਰ ਆਰ ਲੋਟ ਆਫ ਪ੍ਰੋਬਲਮਸ ਇਨ ਦ ਕੰਟਰੀ। ਛੋਟੀ ਛੋਟੀ ਚੀਜ਼ ਦੇ ਇਸ਼ੂਜ਼, ਕਿਉਂਕਿ ਮੈਂ ਇੰਡੀਆ ਤੋਂ ਕੰਪੇਅਰ ਕਰ ਰਿਹਾ ਸੀ। ਮੈਂ ਬੈਂਕਿੰਗ 'ਚ ਆਇਆ, ਬੈਂਕਿੰਗ 'ਚ ਮੈਂ ਕਿਹਾ ਯਾਰ 2,000 ਤੋਂ ਉੱਤੇ ਹੀ ਟ੍ਰਾਂਸਫਰ ਨਹੀਂ ਜਾਂਦੇ। ਮੈਂ ਇੰਡੀਆ ਕਰੋੜ ਰੁਪਇਆ ਤੁਸੀਂ ਇੱਥੋਂ ਉੱਥੇ ਕਰਨਾ ਹੋਏ ਬੈਂਕ ਦੇ ਵਿੱਚ, RTGS NEFT ਇਮੀਡੀਏਟ ਟ੍ਰਾਂਸਫਰ ਸੈਕਿੰਡਸ ਦੇ ਵਿੱਚ। ਇੱਥੇ ਮੈਨੂੰ ਕਿਸੇ ਨੂੰ ਅਗਰ $20,000 ਭੇਜਣਾ ਹੈ, ਮੈਂ ਆਈ ਵਿਲ ਸਟਰਗਲ। ਬੈਂਕ ਟੂ ਬੈਂਕ ਟ੍ਰਾਂਸਫਰ ਕਰੋ 2 ਦਿਨ ਲੱਗ ਰਹੇ ਨੇ। ਤਾਂ ਨਾ ਦੇਰ ਵਰ ਲੋਟ ਆਫ ਪ੍ਰੋਬਲਮਸ। ਬਾਈ ਪ੍ਰੋਬਲਮਸ ਆਈ ਮੀਨ ਇਸ਼ੂਜ਼ ਜਿਹੜੇ ਕਿ ਮੈਂ ਇੰਡੀਆ ਫੇਸ ਨਹੀਂ ਕੀਤੇ। ਡਿਲੀਵਰੀਜ਼, ਮੈਂ ਕਿਹਾ ਹੋਟਲ ਡਿਲੀਵਰੀ ਨਹੀਂ ਕਰਦੀ ਹੈ ਤੇ ਐਕਸਪੈਂਸਿਵ ਬਹੁਤ ਹੈ। ਗਰੋਸਰੀ ਡਿਲੀਵਰੀਜ਼ ਨਹੀਂ ਹੁੰਦੀਆਂ। ਐਂਡ ਆਈ ਵਾਸ ਕਮਿੰਗ ਐਟ ਦੈਟ ਟਾਈਮ ਫਰੋਮ ਇੰਡੀਆ, ਜਿੱਥੇ ਸਵਿਗੀ ਐਂਡ ਜ਼ੋਮੈਟੋ ਐਂਡ ਮਤਲਬ ਉਹ ਤੁਹਾਡੇ ਘਰ ਦੇ ਅੰਦਰ ਤੁਹਾਡਾ ਮੂੰਹ 'ਚ ਖਾਣਾ ਵੀ ਪਾ ਕੇ ਜਾਵਾਂਗੇ।
right? So you are like ki, there is a lot of problems in the country, and there are two ways to look at problems. One, you see them as a problem, one you see them as an opportunity. ਕਿਤੇ ਨਾ ਕਿਤੇ ਮੇਰੇ ਮਾਈਂਡ ਦੇ ਵਿੱਚ ਇਸ ਤੱਕ ਸੀ ਯਾਰ ਇਹ ਬਹੁਤ ਪ੍ਰੋਬਲਮਸ ਹੈਗੀਆਂ ਵਿਚ ਇਜ਼ ਗ੍ਰੇਟ, ਬਿਕੋਜ਼ ਜਿੰਨੀ ਪ੍ਰੋਬਲਮ ਹੈਗੀ ਆ ਨਾ ਉਨੀ ਓਪਰਚੁਨਿਟੀ ਹੈ. ਤੁਸੀਂ ਕੁਛ ਜਾ ਕੇ ਕਰਕੇ ਇਹ ਪ੍ਰੋਬਲਮ ਨੂੰ ਰਿਜ਼ੋਲਵ ਕਰਕੇ, ਐਂਡ ਜਿੱਥੇ ਪ੍ਰੋਬਲਮ ਆਉਂਦੀਆਂ ਉੱਥੇ ਓਪਰਚੁਨਿਟੀ ਬਣਦੀ ਹੈ, ਉੱਥੇ ਤੁਸੀਂ ਪੈਸੇ ਬਣਾ ਸਕਦੇ ਹੋ. ਅਤੇ ਈਵਨ ਦੋ ਮਾਈ ਇੰਟੈਂਸ਼ਨ ਵਾਜ਼ ਕਿ ਯਾਰ ਰੇਸ 'ਚ ਨਹੀਂ ਪੈਣਾ. ਮੈਂ ਆਪਣੀ ਸਾਰੀ ਫੈਮਿਲੀ ਨੂੰ ਇਹੀ ਕਹਿ ਕੇ ਲਿਆਇਆ ਸੀ ਰੇਸ 'ਚ ਨਹੀਂ ਪੈਣਾ, ਆਪਾਂ ਟੈਨਸ਼ਨ ਨਹੀਂ ਲੈਣੀ, ਆਪਾਂ 9 to 5 ਕਰਾਂਗੇ, ਵੀ ਡੋਂਟ ਵਾਂਟ ਟੂ ਗੈਟ ਇਨ ਟੂ ਰੇਸ. ਮੈਨੂੰ ਅੱਜ ਵੀ ਸਾਰੀ ਫੈਮਿਲੀ ਹੀ ਕਹਿੰਦੀ ਤੁਸੀਂ ਤਾਂ ਇਹੀ ਕਹਿੰਦੇ ਸੀ ਆਪਾਂ ਰੇਸ 'ਚ ਨਹੀਂ ਪੈਣਾ, ਠੀਕ ਹੈ. ਅਤੇ ਮੈਂ ਆਪਣੀ ਨਾਈਸ ਪੇਇੰਗ ਜੋਬ ਆਈ ਸਟਾਰਟਡ ਫੀਲਿੰਗ ਕਿ ਨਹੀਂ ਯਾਰ ਆਈ ਐਮ ਨੋਟ ਐਟ ਮਾਈ ਫੁੱਲ ਪੋਟੈਂਸ਼ੀਅਲ. I think there is a lot I can make, and very soon I would say 1 year, 1.5 year down the line I started feeling ਕਿ ਅਗਰ ਇਸ ਕੰਟਰੀ ਵਿੱਚ ਤੁਸੀਂ $5 ਲੱਖ ਨਹੀਂ ਬਣਾ ਰਹੇ ਨਾ ਸਾਲ ਦੇ, ਤਾਂ ਯੂ ਆਰ ਅੰਡਰ ਯੂਟੀਲਾਈਜ਼ਿੰਗ ਯੋਰ ਸੈਲਫ. ਮਤਲਬ ਮੈਨੂੰ ਲੱਗਦਾ ਸੀ ਕਿ ਕੋਈ ਵੀ ਬੰਦਾ ਜਿਹੜਾ ਹੈ ਨਾ ਜੋ ਥੋੜੀ ਵੀ ਮਿਹਨਤ ਕਰੇਗਾ ਉਹ ਇੱਥੇ $5 ਲੱਖ ਤੇ ਬਣਾਏਗਾ. ਅੱਛਾ, ਅਗਰ ਨਹੀਂ ਬਣਾ ਰਹੇ, ਮੈਂ ਅੱਜ ਵੀ ਉਹੀ ਚੀਜ਼ ਕਹਿੰਦਾ, ਤਾਂ ਤੁਸੀਂ ਆਪਣੇ ਪੋਟੈਂਸ਼ੀਅਲ ਨੂੰ ਨਾ ਯੂਟੀਲਾਈਜ਼ ਨਹੀਂ ਕੀਤਾ. ਤੁਹਾਡੇ ਵਿੱਚ ਹੈ, ਇਹ ਤੁਹਾਨੂੰ ਪਤਾ ਹੈ ਕਿ ਨਹੀਂ ਇਹ ਵੀ ਤੁਹਾਨੂੰ ਪਤਾ ਹੈ, ਬਟ ਮੈਨੂੰ ਆਪਣੇ ਲਈ ਫੀਲ ਹੁੰਦਾ ਸੀ ਯਾਰ ਮੈਂ ਤਾਂ 5 ਲੱਖ ਤੇ ਪਹੁੰਚਣਾ ਕਿਸੇ ਤਰ੍ਹਾਂ. what made me come into this profession was advice of others. So I was into mortgages, commercial mortgages, business banking. And one thing that I realized very soon was that I take up responsibility. ਇਹ ਕਿਤੇ ਨਾ ਮੈਨੂੰ ਸ਼ੁਰੂਆਤ 'ਚ ਆਪਣੀ ਫਰਸਟ ਜੌਬ ਤੋਂ ਸਿਖਾਇਆ ਗਿਆ ਸੀ. I own up to things. I don't run away. I don't pass the blame to others. And ਇਹ ਕਲਚਰ ਬਹੁਤ ਜ਼ਿਆਦਾ ਸੀ ਜਦ ਮੈਂ ਕੈਨੇਡਾ ਜੌਬ 'ਚ ਆਇਆ. ਹਰ ਬੰਦਾ ਨਾ ਇਹ ਨਾ ਮੇਰਾ ਕੰਮ ਨਹੀਂ ਹੈ, ਇਹ ਉਸ ਦੀ ਗਲਤੀ ਹੈ, ਇਹ ਫਲਾਣੇ ਨੇ ਕਰਤਾ, ਇਹ ਡਿਪਾਰਟਮੈਂਟ ਦੇਖੇਗਾ, ਇਹ ਉਹ ਡਿਪਾਰਟਮੈਂਟ ਦੇਖੇਗਾ. ਨੋ ਵਨ ਯੂਜ਼ ਟੂ ਓਨ ਅਪ. ਬੈਂਕਸ ਦੇ ਅੰਦਰ ਵੀ ਨਾ ਅਸੀਂ ਤੇ ਪਾਤੀ ਹੈ, ਬਾਕੀ ਅੰਡਰ ਰਾਈਟਰ ਦੀ ਮਰਜ਼ੀ ਹੈ, ਬਾਕੀ ਮੇਰਾ ਮੈਨੇਜਰ ਦੇਖੇਗਾ. ਮੈਨੂੰ ਉਹ ਕਨਸੈਪਟ ਹੀ ਸਮਝ ਨਹੀਂ ਆਉਂਦਾ. ਮੈਂ ਕਿਹਾ ਯਾਰ the bank pays us money or whichever institution pays us money, and we are supposed to be responsible, and we need to learn to take up that responsibility. So that nature somewhere stuck with me. And ਜਿਹੜੇ ਮੇਰੇ ਕਲਾਇੰਟ ਸੀ, ਜਿਹੜੇ ਮੇਰੇ ਸਰਕਲ ਆਫ ਇਨਫਲੂਐਂਸ ਜਿਨ੍ਹਾਂ ਦੇ ਨਾਲ ਮੈਂ ਕੰਮ ਕਰਦਾ ਸੀ, ਦੇ ਲਵਡ ਦੈਟ ਨੇਚਰ. ਦੇ ਪ੍ਰੋਬੇਬਲੀ ਫਾਊਂਡ ਫਰੈਸ਼ਨੈਸ, ਬਿਕੋਜ਼ ਜ਼ਿਆਦਾਤਰ ਬੰਦੇ ਉਹਨਾਂ ਨੂੰ ਉਹੀ ਨੇਚਰ ਮੈਂ ਤੇ ਪਾਤਾ ਅੱਗੇ ਦੇਖਾਂਗੇ, ਟੂ ਸਮਵਨ ਕਮਿੰਗ ਇਨ ਐਂਡ ਸੇਇੰਗ ਡੋਂਟ ਵਰੀ ਇਟਸ ਡਨ, even though when it's not done, it's done. I own up. Nice. So that thing helped a lot, and slowly the clients that were there, the people that I knew, they started saying, hey Avi, tusi bahut, you know, I'm very happy. मैं ਤੁਹਾਡੇ ਤੋਂ ਪਹਿਲਾਂ I was struggling when I was being managed here, but after you it's very smooth. You own up everything, you don't make me do 10 different things. That's when people started telling me, why don't you come into real estate? And I was like, okay, yeah, never thought, क्योंकि job ਤੇ dependency ਬਹੁਤ high ਸੀ. ਅਗਰ ਇੱਕ ਮਹੀਨੇ ਸੈਲਰੀ ਨਾ ਹੈ ਨਾ ਤਾਂ ਕਰਨਾ ਚਲੇ, ਤਾਂ ਨੈਵਰ ਥੋਟ ਕਿ ਯਾਰ ਅਸੀਂ ਜੋਬ ਛੋੜ ਕੇ ਇਹ ਪਰਸਿਊ ਕਰਾਂਗੇ. ਬਟ ਕਿਤੇ ਨਾ ਕਿਤੇ ਕੈਪਟ ਸਟਕ ਇਨ ਮਾਈ ਮਾਈਂਡ ਕਿ ਹਾਂਜੀ. ਅਤੇ ਆਈ ਥਿੰਕ ਦੈਟ, ਐਂਡ ਦੈਨ ਦੀ ਓਪਰਚੁਨਿਟੀ ਵਿਚ ਆਈ ਸੋ ਕਿ ਐਜ਼ ਅ ਰੀਅਲ estate you can make money. I was managing some of the portfolios of some of the big realtors as well in the bank. And when I used to meet them, I was impressed. I was like, ਬੰਦਾ ਆਉਂਦਾ ਹੈ, ਬੰਦਾ ਬੋਲਦਾ ਜੀ ਮੈਂ ਇੰਨੀ ਪ੍ਰੋਪਰਟੀਆਂ 'ਤੇ ਬੈਠਿਆ, ਮੇਰੇ ਕੋਲ ਇੰਨੇ ਪੈਸੇ, ਐਂਡ ਆਈ ਯੂਜ਼ ਟੂ ਗੈਟ ਇੰਸਪਾਇਰਡ. ਅਤੇ ਐਜ਼ ਅ ਬੈਂਕਰ ਅਤੇ 4-5 ਵੈਰੀ ਬਿਗ ਬ੍ਰੋਕਰ ਓਨਰਸ, ਸਮ ਰੀਅਲਟਰਸ ਐਜ਼ ਵੈਲ, ਤਾਂ ਆਈ ਫੈਲਟ ਗੁੱਡ. ਅਤੇ ਮੈਨੂੰ ਉੱਥੇ ਇੱਕ ਓਪਰਚੁਨਿਟੀ ਦਿਖੀ. ਮੈਨੂੰ ਲੱਗਿਆ ਯਾਰ ਅਗਰ ਇਹ ਕਰ ਸਕਦੇ ਹਨ ਤਾਂ ਮੈਂ ਵੀ ਕਰ ਸਕਦਾ ਹਾਂ, ਵਾਈ ਨੋਟ. ਐਂਡ ਫਰੋਮ ਦੇਅਰ ਸਮਹਾਓ ਕੀੜਾ ਦਿਮਾਗ 'ਚ ਬੈਠਿਆ ਸੀ, ਐਂਡ ਉਹ ਕੀੜਾ ਜਿਹੜਾ ਹੈਗਾ 2021 ਦੇ ਵਿੱਚ ਜਾ ਕੇ ਉਹ ਇਟ ਸਟਾਰਟਡ ਬੇਅਰਿੰਗ ਫਰੂਟਸ when I decided, you know what, we'll go ahead and we will do it full time. 2 ਸਾਲ ਤਾਂ ਲੋਕ ਕਹਿੰਦੇ ਰੀਅਲ ਏਸਟੇਟ ਦੇ ਲਾਇਸੈਂਸ ਲੈਣ 'ਚ ਲੱਗ ਜਾਂਦੇ. ਨਹੀਂ ਲੱਗਦਾ, 3 ਮਹੀਨੇ 'ਚ ਲਾਇਸੈਂਸ ਕਢਾ ਸਕਦੇ ਤੁਸੀਂ ਅਗਰ ਤੁਸੀਂ ਪੜ੍ਹ ਕੇ. Why it is difficult for them then? ਦੇਖੋ ਉਹੀ ਹਰਸਿਮਰਨ, ਮੈਂ ਕੋਈ ਵੀ ਮੈਨੂੰ ਪੁੱਛਦਾ ਨਾ ਰੀਅਲਟਰ ਲਾਇਸੈਂਸ ਕਢਾ ਸਕਦੇ ਹੋ, ਮੈਂ ਕਹਿੰਦਾ ਅਗਰ ਤੁਸੀਂ ਇੰਗਲਿਸ਼ ਆਉਂਦੀ ਹੈ ਨਾ ਤੁਹਾਨੂੰ, ਤੁਸੀਂ ਕਢਾ ਸਕਦੇ ਹੋ. ਅਗਰ ਤੁਹਾਨੂੰ ਇੰਗਲਿਸ਼ ਨਹੀਂ ਆਉਂਦੀ, ਫਿਰ ਤੁਹਾਨੂੰ ਸਟਰਗਲ ਸਾਰੀ ਇੰਗਲਿਸ਼ ਤੋਂ ਸਾਰੀ ਸਟਰਗਲ ਆਈਲਟਸ. ਹਾਂ, ਐਂਡ ਪੰਜਾਬੀ ਬੰਦੇ ਨੂੰ ਹਮੇਸ਼ਾ ਇਸ ਤਰ੍ਹਾਂ ਵੀ ਦੇਖਿਆ ਜਾਂਦਾ ਹੈ, ਨੋ ਆਫੈਂਸ ਟੂ ਐਨੀਵਨ, ਕਿ ਇਹਨਾਂ ਨੂੰ ਨਹੀਂ ਆਉਂਦੀ ਆਉਣੀ. ਇਹ ਪੰਜਾਬੀ ਸੋਚ ਰਹੇ ਨੇ ਸ਼ਾਇਦ, ਨੌਨ ਪੰਜਾਬੀ ਇੱਦਾਂ ਨਹੀਂ ਸੋਚ ਰਹੇ.
ਮੇਰੇ ਬੈਂਕ ਦੇ ਵਿੱਚ when I used to work or when I was in Dubai or when I was in Qatar, I dealt with people of 50 other nationalities. They never judged me ਕਿ ਇਸ ਬੰਦੇ ਨੂੰ ਇੰਗਲਿਸ਼ ਨਹੀਂ ਆਉਂਦੀ ਹੋਣੀ. ਅੱਛਾ. ਮੈਨੂੰ ਇਹ ਮਾਈਂਡਸੈਟ ਕਿੱਥੇ ਨਾ ਕਿੱਥੇ ਆ ਕੇ ਨਾ ਇੱਥੇ ਹੀ ਲੱਗਿਆ. ਬਰੈਂਪਟਨ ਦੇ ਵਿੱਚ ਹੀ ਮੈਨੂੰ ਇਹ ਮਹਿਸੂਸ ਹੋਇਆ ਕਿ ਇਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਹੋਣੀ. ਐਂਡ ਆਰ ਯੂ ਅ ਬਰੈਂਪਟਨ ਰੀਅਲਟਰ? ਜਦੋਂ ਕਲਾਇੰਟ ਨੂੰ ਕਾਲ ਕਰਦੇ ਹਾਂ ਜਾਂ ਅਸੀਂ ਅੱਗੇ ਲਾਗੇ ਛਾਗੇ ਸੁਣਦੇ ਹਾਂ ਤਾਂ ਕਈ ਵਾਰੀ ਲੋਕ ਪੁੱਛਦੇ ਆ, ਆਰ ਯੂ ਅ ਬਰੈਂਪਟਨ ਰੀਅਲਟਰ? ਵਾਈ ਇਜ਼ this a question and are you a Brampton realtor? So na I think ਇੱਕ ਨਾ ਮਾਈਂਡਸੈਟ ਬਣ ਗਿਆ ਹੈ ਬਰੈਂਪਟਨ ਨੂੰ ਲੈ ਕੇ, ਕਿਤੇ ਨਾ ਕਿਤੇ ਇੱਕ ਨੈਗੇਟਿਵਿਟੀ ਬਣ ਗਈ ਹੈ ਬਰੈਂਪਟਨ ਨੂੰ ਲੈ ਕੇ. ਉਹ what's the right word, I am unable to collect it, ਮਤਲਬ ਨਾ ਇੱਕ ਪ੍ਰੀ ਕਨਸੀਵਡ ਨੋਸ਼ਨ ਬਣ ਗਿਆ ਹੈ ਇੱਥੇ ਨਾ ਸਾਰਾ. ਇੱਕ ਜੋ ਕਹਿੰਦੇ ਨਾ ਬਰੈਂਪਟਨ ਪੰਜਾਬ ਬਣ ਗਿਆ, ਇੱਕ ਦੇਸੀ ਕਰਾਊਡ ਆ ਗਿਆ. I am not a very strong believer of that. I think, yes, we are a lot in population here. So, of course, sada culture, sade actions ithe zyada nazar vich aande ne. And if you ask me, am I a Brampton realtor? I'll still live in Brampton, so yes. Do I work out of Brampton? Yes. Is my office is in Brampton? No, my office is in Vaughan. Do I deal with Brampton clients? Yes. Am I proud to say I am a Brampton realtor? I would say yes. I don't have any problem. But yes, in the first instance, lot of people judge you as soon as you use the word Brampton. Because ਕਿਤੇ ਨਾ ਉਹੀ ਮੈਂ ਕਿਹਾ ਇੱਕ ਨੋਸ਼ਨ ਬਣ ਗਿਆ ਕਿ ਜੀ ਬਰੈਂਪਟਨ ਦੇ ਵਿੱਚ ਤੇ ਸਭ ਗਲਤ ਹੀ ਹੈ. ਪਰ ਡਰ ਕਿਉਂ ਲੱਗਦਾ ਬਰੈਂਪਟਨ ਰੀਅਲਟਰ ਤੋਂ? ਡਰਦੇ ਕਿਉਂ ਨੇ ਲੋਕ? ਇਹ ਮੇਰਾ ਪਰਸੈਪਸ਼ਨ ਹੈ. ਸੋ ਆਈ ਥਿੰਕ ਕਾਫੀਆਂ ਨੂੰ ਇਹ ਬੁਰਾ ਲੱਗੇਗਾ. ਬਟ let's speak the heart out. There was a time, and I'm talking about long back 70s 80s ਦੇ ਵਿੱਚ ਜਿੱਥੇ ਰੀਅਲਟਰ ਨਹੀਂ ਹੁੰਦੇ ਸੀ. ਤਾਂ ਆਈ ਵਾਸ ਟੋਲਡ, ਅਗੇਨ ਆਈ ਡੋਂਟ ਨੋ ਦ ਸੈਂਕਟਿਟੀ ਆਫ ਦਿਸ ਇਨਫੋਰਮੇਸ਼ਨ, ਬਟ ਆਈ ਵਾਸ ਟੋਲਡ ਲੋਕਾਂ ਨੂੰ ਘਰ ਤੋਂ ਚੱਕ ਕੇ ਲਿਆ ਕੇ ਰੀਅਲਟਰ ਬਣਾ ਦਿੰਦੇ ਸੀ ਕਿ ਆ ਜਾਓ ਜੀ ਤੁਸੀਂ ਰੀਅਲਟਰ ਪ੍ਰੋਫੈਸ਼ਨ ਵਿੱਚ ਆ ਜਾਓ, ਤੁਹਾਨੂੰ ਹੈਲਪ ਕਰਾਂਗੇ, ਸਪੋਰਟ ਕਰਾਂਗੇ. ਇਵੈਂਚੁਅਲੀ ਕੁਛ ਗਲਤ ਤਰੀਕੇ ਜਾਂ ਕੁਛ ਐਜ਼ ਅ ਰੀਅਲਟਰ ਮੈਨੂੰ ਅੱਜ ਵੀ ਅਗਰ ਤੁਸੀਂ ਰੀਅਲਟਰਸ ਤੋਂ ਪੁੱਛੋ ਨਾ ਤੁਹਾਡਾ ਜੌਬ ਕੀ ਹੈ, ਮੈਨੂੰ ਲੱਗਦਾ ਸ਼ਾਇਦ 90% ਜਨਤਾ ਨਾ ਤੁਹਾਡਾ ਰੋਲ ਕੀ ਹੈ ਉਹ ਡਿਫਾਈਨ ਨਹੀਂ ਕਰ ਪਾਏਗੀ. ਤੁਸੀਂ ਪੁੱਛੋ ਤੁਹਾਡਾ ਰੋਲ ਕੀ ਹੈ, ਮੈਂ ਤੁਹਾਨੂੰ ਘਰ ਦਵਾ ਦਾਂਗਾ, ਕੋਈ ਵੀ ਦਵਾ ਦੇਗਾ. ਮੈਂ ਤੁਹਾਡੇ ਲਈ CMA ਬਣਾ ਦਾਂਗਾ, ਕੋਈ ਵੀ ਬਣਾ ਦੇਗਾ. ਮੈਂ ਤੁਹਾਨੂੰ ਸ਼ੋਇੰਗ ਕਰਾ ਦਾਂਗਾ, ਕੋਈ ਵੀ ਕਰਾ ਦੇਗਾ. ਤੁਹਾਡਾ ਰੋਲ ਕਿੱਥੇ ਜਾ ਕੇ ਰੁਕਦਾ ਹੈ ਨਾ, ਉਹ ਦੈਟ ਇਜ਼ ਸਮਥਿੰਗ ਜਦ ਤੱਕ ਤੁਹਾਨੂੰ ਉਹ ਪਤਾ ਨਹੀਂ ਹੈ ਨਾ, ਤਾਂ ਹੀ ਲੋਕੀ ਦੇ ਸਟਾਰਟ ਆਸਕਿੰਗ ਕੁਐਸਚਨਸ. ਓ ਵਾਈ ਡੂ ਆਈ ਨੀਡ ਅ ਰੀਅਲਟਰ? ਯੂ ਜਸਟ ਸ਼ੋ ਅ ਹਾਊਸ. You're right. For seeing a house, you don't need a realtor. Yeah. So if a realtor is unable to justify their role in the process and is unable to add value to the process, which is what I think Brampton ਦੇ ਅੰਦਰ ਇੰਨਾ ਜ਼ਿਆਦਾ ਹੋ ਗਿਆ ਸੀ, ਉਹ every other house we say is a realtor, ਕਿ ਉਹ ਜੋ ਤੁਹਾਡਾ ਐਕਸਪੀਰੀਅੰਸ ਕਲਾਇੰਟ ਐਕਸਪੈਕਟ ਕਰਦਾ ਹੈ ਨਾ ਉਹ ਡਾਇਲਿਊਟ ਹੋਣ ਲੱਗਿਆ. ਐਂਡ ਤਾਂ ਹੀ as you said, some people are afraid to deal with Brampton realtors. Why? Because of the notion, but not everyone is the same. Lot of people say people got licenses through wrong practices and things like that. Again, पंजा उंगलियां बराबर नहीं होंदियां. There might be problems, there might be issues, but it doesn't mean everyone is the same. And I have always told my clients, because I do a lot of cold calling, I do a lot of door knocking, and ਮੈਨੂੰ ਵੀ ਲੋਕੀ ਜੱਜ ਕਰਦੇ ਨੇ. ਬਟ ਮੈਂ ਹਮੇਸ਼ਾ ਕਲਾਇੰਟਸ ਨੂੰ ਇਹੀ ਚੀਜ਼ ਕਹਿੰਦਾ, ਸਪੈਂਡ 15 minutes with me, give me an opportunity for 15 minutes. ਉਹਦੇ ਬਾਅਦ ਮੈਂ ਆਪਣੇ ਆਪ ਤੁਹਾਡੇ ਡੋਰ ਤੇ ਖੜਿਆ ਹੋਵਾਂਗਾ. ਅਗਰ ਤੁਸੀਂ ਕਹੋਗੇ ਬਾਹਰ ਤੇ ਮੈਂ ਬਾਹਰ, and if you want me in, I'll continue. And that has worked wonders for me up until now. I mean, 15 minutes have always been moved to 2 hours. My meetings are very very long. ਮੇਰੇ clients ਵੀ ਕਹਾਂਗੇ ਅਵਨੀਤ ਤੇ ਕੋਲ ਇੱਕ ਵਾਰੀ ਜਾਓ, ਭਾਵੇਂ ਪਹਿਲੀ ਵਾਰੀ ਮਿਲੋ, 1.5 ਘੰਟੇ ਦੀ ਮੀਟਿੰਗ ਕਿੱਥੇ ਨਹੀਂ ਗਈ. ਇੰਨਾ ਟਾਈਮ ਬੰਦਾ ਨਹੀਂ ਲਵਾਉਂਦਾ. Why? Because it's quick. Your time is money and everyone is busy making money, but the way we operate is far different. Is until I understand the client, ਮੈਂ property ਦੀ ਗੱਲ ਹੀ ਨਹੀਂ ਕਰਦਾ. ਐਂਡ ਜਦੋਂ ਤੁਸੀਂ ਬ੍ਰੋਕਰੇਜਿਸ ਦੀ ਗੱਲ ਕਰਦੇ ਹੋ, ਅਸੀਂ ਪਿਛਲੇ ਕੁਛ ਬੜੇ ਲੰਬੇ ਟਾਈਮ ਤੋਂ ਇਹ ਚੀਜ਼ ਦੇਖੀ ਹੈ ਕਿ ਜਿਨ੍ਹਾਂ ਦੀ ਬ੍ਰੋਕਰੇਜ ਹੁੰਦੀ ਹੈ ਜਾਂ ਜਿਹੜੇ ਬੜੇ ਅਪਗ੍ਰੇਡਡ ਰੀਅਲਟਰਸ ਨੇ, ਉਹਨਾਂ ਕੋਲ 100-150 ਆਪਣੀਆਂ ਪ੍ਰੋਪਰਟੀਜ਼ ਹੈਗੀਆਂ. ਲੈਣਾ ਔਖਾ ਹੁੰਦਾ ਹੈ, ਹਰ ਬ੍ਰੋਕਰੇਜ ਕੋਲ ਹੁੰਦੀ ਹੈ. ਹਾਊ ਡਜ਼ ਇਟ ਡਿਫਰੈਂਟ?
ਨਹੀਂ ਬਹੁਤ ਔਖਾ ਹੈ ਯਾਰ, ਮਤਲਬ ਅੱਜ ਦੀ ਰੇਟ 'ਚ ਤਾਂ ਬਹੁਤ ਔਖਾ ਹੈ. ਆਈ ਮੀਨ there was a time when properties were cheap. Of course, income levels were also low, but still it was affordable. I remember I was talking to my manager, my first manager in Canada, not first, second manager in Canada, and he told me his story. He said when he was buying his first home in Canada, BMO had a product, ਤੁਹਾਨੂੰ zero down ਦੇਣਾ ਹੁੰਦਾ ਸੀ, ਔਰ ਤੁਹਾਨੂੰ ਡਾਊਨ ਪੇਮੈਂਟ ਦੇ ਲਈ ਵੀ ਉਹੀ ਪੈਸੇ ਦਿੰਦੇ ਸੀ. ਅੱਛਾ, ਜਿਹੜਾ ਅਸੀਂ $1,00,000 ਇਕੱਠਾ ਕਰ ਰਹੇ ਹਾਂ ਉਹ ਵੀ ਨਹੀਂ ਚਾਹੀਦਾ ਸੀ. ਉਹ ਕਹਿੰਦੇ ਸੀ ਬੈਂਕ ਤੁਹਾਨੂੰ 80% ਮੌਰਗੇਜ ਦੇਗਾ, 20% ਬੈਂਕ ਹੀ ਤੁਹਾਨੂੰ ਲਾਈਨ ਆਫ ਕ੍ਰੈਡਿਟ ਦੇਗਾ, ਤਾਂ ਤੁਹਾਨੂੰ ਟੈਕਨੀਕਲੀ 100% ਬੈਂਕ ਫੰਡਿੰਗ ਦਿੰਦਾ. ਦੈਟਸ ਹਾਊ ਹੀ ਬੌਟ ਹਿਸ ਫਰਸਟ ਹੋਮ. ਅੱਛਾ. All you need to do was you need to have good job and to prove that you can pay off the kishta, right? So from that to today's time, it's very difficult. It's ਜਿਹਨੇ ਅੱਜ ਦੀ ਰੇਟ 'ਚ ਘਰ ਇੱਕ ਵੀ ਬਣਾਇਆ ਹੈ ਨਾ, ਮਤਲਬ ਹੈਟਸ ਆਫ ਟੂ ਦੈਮ, ਇਟਸ ਨਾਟ ਈਜ਼ੀ. ਬਟ ਓਕੇ, ਇੰਡੀਆ ਦੇ ਵਿੱਚ ਵੀ ਮੇਰੇ ਕੋਲ ਪ੍ਰੋਪਰਟੀ ਸੀ, ਪਰ ਇੰਡੀਆ ਦੇ ਵਿੱਚ ਨਾ ਮੈਂ ਜਿਹੜੀ ਪ੍ਰੋਪਰਟੀ ਨੂੰ ਟੱਚ ਕੀਤਾ ਨਾ ਉਹ ਅੱਜ ਤੱਕ ਕੰਪਲੀਟ ਨਹੀਂ ਹੋਈ. ਤਾਂ ਮੈਨੂੰ ਡਰ ਲੱਗਿਆ ਸੀ. ਮੈਂ ਇੱਥੇ ਜਦ ਆਇਆ ਸੀ ਨਾ, ਮਤਲਬ ਯਾਰ ਰੀਅਲ ਏਸਟੇਟ 'ਚ ਜਾ ਰਹੇ ਹਾਂ, ਸਾਡਾ ਐਕਸਪੀਰੀਅੰਸ ਚੰਗਾ ਰਿਹਾ ਨਹੀਂ ਇੰਡੀਆ ਦੇ ਵਿੱਚ, ਕੰਪਲੀਟ ਨਹੀਂ ਹੋਏ, ਅੱਜ ਵੀ ਨਹੀਂ ਹੋਏ. ਸ਼ੁੱਡ ਵੀ ਟੇਕ ਦੈਟ ਡਿਸੀਜਨ, ਬਟ ਦੈਨ ਵੀ ਵਰ ਲਾਈਕ ਨੋ ਯਾਰ, ਦਿਸ ਇਜ਼ ਅ monitored or a managed business here, you know, it's a licensed business here, unlike in India ਜਿੱਥੇ ਇਹ unorganized business ਹੈ real estate. So when we started doing this, ਸਾਨੂੰ ਇਹ ਸੀ ਕਿ ਅਸੀਂ ਨਾ ਕਿਸੇ ਦਾ ਬੁਰਾ ਨਾ ਕਰੀਏ, ਕਿਤੇ ਨਾ ਕਿਤੇ ਨਾ ਇਹਨੂੰ ਸਿਰਫ ਐਜ਼ ਅ ਘਰ ਨਾ ਦੇਖੋ, ਕਿਉਂਕਿ ਇਸ ਕੰਟਰੀ ਦੇ ਵਿੱਚ ਰੀਅਲ ਏਸਟੇਟ ਜਿਸ ਤਰੀਕੇ ਨਾਲ ਗਰੋ ਕਰ ਰਿਹਾ ਹੈ, ਇਟ ਕੈਨ ਹੈਲਪ ਯੂ ਇਨ ਦ ਸਸਟੇਨ ਇਨ ਦ ਲੌਂਗ ਰਨ. there are lot of things, ਜਿਵੇਂ ਅਗਰ ਤੁਸੀਂ ਜੌਬ ਕਰਦੇ ਹੋ 30% ਆਫ ਯੂਰ ਇਨਕਮਸ ਗੋ ਇਨ ਟੈਕਸਿਸ. ਤੁਸੀਂ $1,00,000 ਦੇ ਬ੍ਰੈਕਟ 'ਚੋਂ ਤੁਸੀਂ 1.5 ਤੋਂ ਉੱਪਰ 53% ਗੋਜ਼ ਇਨ ਟੈਕਸਿਸ. that's a huge amount. so what are the other ways, and that's where we introduce the concept of real estate portfolio management, ਕਿ ਪ੍ਰੋਪਰਟੀ ਨੂੰ ਸਿਰਫ ਤੁਸੀਂ ਐਜ਼ ਅ ਘਰ ਨਾ ਦੇਖੋ, ਇਹਨੂੰ ਸਟੈਪਿੰਗ ਸਟੋਨ ਦੇਖੋ ਕਿ ਮੈਂ ਕਿਸ ਤਰੀਕੇ ਨਾਲ ਪ੍ਰੋਪਰਟੀ ਨੂੰ ਯੂਜ਼ ਕਰਕੇ ਆਪਣੀ ਲਾਈਫ ਦੇ ਵਿੱਚ ਉਹ ਫਾਈਨੈਂਸ਼ੀਅਲ ਫਰੀਡਮ ਜਾਂ ਜੋ ਮੇਰੇ ਫਾਈਨੈਂਸ਼ੀਅਲ ਜਾਂ ਲੌਂਗ ਟਰਮ ਜਾਂ ਸ਼ਾਰਟ ਟਰਮ ਗੋਲਸ ਹੈਗੇ, ਮੈਂ ਉਹਨੂੰ ਅਚੀਵ ਕਰ ਸਕਦਾ. ਐਂਡ ਦੈਟਸ ਵੇਅਰ ਵੀ ਸਟੈਪਡ ਇਨ. that was the differentiating factor that we brought to our clients' lives, the long term vision. It's not ki make deal kiti, commission liya and okay, tata, bye bye. Most of our clients, we are so much involved with them, like we know their dog's name, we know their families, kids, and somewhere you feel attached and responsible for their portfolio to perform. And that's something that you can't mess up with. When you are trusted with that kind of responsibility, then you need to up your game. You need to be performing at a certain level. So I think वो चीज़ दा बहुत difference पैंदा है. And once the clients start realizing that, no, मतलब मेरे दो type दे client हैं. मैं अपने client नू बड़ा खुश होता. मैं कहना एक ते कि client आंदा कहता जी मैनू सारा कुछ आंदा है. मैनू realtor दी लोड़ ही नहीं. Realtor दा property दिखाने दा काम. If that is what you want, believe me, I am the most happiest person. ਮੈਨੂੰ ਉੱਦਾਂ ਦਾ ਜੋਬ ਮਿਲੇ ਕਿ ਮੈਂ ਜਾਵਾਂ, ਘਰ ਦਾ ਦਰਵਾਜ਼ਾ ਖੋਲ੍ਹਾ, ਸ਼ੋਇੰਗ ਕਰਾਈ, ਪੇਪਰ ਸਾਈਨ ਕਰਾਇਆ, ਕਮਿਸ਼ਨ ਚੈੱਕ ਲਿਆ, ਗੋਨ ਹੈਪੀ. ਆਈ ਐਮ ਦਾ ਹੈਪੀਐਸਟ ਪਰਸਨ, ਰਾਈਟ? ਦਿਸ ਇਜ਼ ਦਾ ਡਰੀਮ ਜੋਬ, ਜਿਵੇਂ ਲੋਕੀ ਕਹਿੰਦੇ ਨੇ. ਬਟ ਇਫ ਯੂ ਆਸਕ ਮੀ, ਮੈਂ ਆਪਣੀ ਪੂਰੀ ਲਾਈਫ ਦੇ ਵਿੱਚ ਇੱਦਾਂ ਦੇ ਕਿੰਨੇ ਟ੍ਰਾਂਜੈਕਸ਼ਨ ਕੀਤੇ ਹੋਣੇ, ਮੈਨੂੰ ਲੱਗਦਾ ਸ਼ਾਇਦ ਆਈ ਕੈਨ ਕਾਊਂਟ ਔਨ ਮਾਈ ਫਿੰਗਰਸ. ਗਿਣਤੀ ਦੇ. ਮੋਸਟ ਆਫ ਦ ਟ੍ਰਾਂਜੈਕਸ਼ਨਸ ਮਾਈ ਕਲਾਇੰਟਸ ਸੇ, ਅਵਨੀ ਤੁਸੀਂ ਜਾਣਦੇ ਹੋ ਕੀ ਕਰਨਾ, ਤੁਸੀਂ ਦੱਸੋ ਪ੍ਰਾਈਸ ਕੀ ਹੋਣਾ ਚਾਹੀਦਾ. So giving that ownership to them. Yes. So when you are entrusted with that responsibility, then ਰਾਤਾਂ ਦੀ ਨੀਂਦਾਂ ਤੁਹਾਡੀਆਂ ਉੱਡਦੀਆਂ ਨੇ. ਕਲਾਇੰਟ ਦਾ ਮੌਰਗੇਜ ਹੋ ਰਿਹਾ ਹੈ, ਨਹੀਂ ਹੋ ਰਿਹਾ, ਕਲਾਇੰਟ ਦੇ ਲਾਅ ਤੇ ਕੋਈ ਇਸ਼ੂ ਤੇ ਨਹੀਂ ਆ ਰਿਹਾ, ਕਲਾਇੰਟ ਦੇ ਕੈਪੀਟਲ ਗੇਨਸ ਕਿਵੇਂ ਬਚਾਂਗੇ, ਕਲਾਇੰਟ ਦੇ ਟੈਨੈਂਟ ਰੈਂਟ ਦੇ ਰਹੇ ਨੇ ਕਿ ਨਹੀਂ ਦੇ ਰਹੇ ਨੇ, ਕਲਾਇੰਟ ਦੇ ਕੋਲ ਕਿਸ਼ਤਾਂ ਦੇਣ ਦੇ ਪੈਸੇ ਹੈਗੇ ਕਿ ਨਹੀਂ ਹੈਗੇ, ਕਲਾਇੰਟ ਦਾ ਬਿਜ਼ਨਸ ਚੱਲ ਰਿਹਾ ਹੈ ਕਿ ਨਹੀਂ. when you are involved in that level, and I would completely say at Team Gravitas, all of us are. Matlab, there are many instances that I can share, and मैं ताही इन्ना proudly कदे कदे कहना कि साडे clients नु ना, मैं कहना people, and I understood this concept while I was in banking. I would tell one day the bank did an event जिथे असी अपने circle of influences नु बुलाया सी. The accountants and lawyers, they were called upon.
So one accountant that I work with was called upon, and one of my colleagues was talking to him, which is fine. It's not a big deal. And I saw that. ਤੇ ਪਤਾ ਨਹੀਂ ਕਿਉਂ ਉਸ ਕੁਲੀਗ ਨੂੰ ਨਾ ਥੋੜਾ ਜਿਹਾ ਉਹ ਲੱਗਿਆ ਤੇ ਉਹ ਵਾਪਸ ਆ ਕੇ ਮੇਰੇ ਕੋਲ ਕਹਿੰਦਾ ਬਾਅਦ ਚ ਅਵਨੀ ਡੋਂਟ ਵਰੀ ਹੀ ਇਜ਼ ਸਟਿਲ ਯੋਰ ਅਕਾਊਂਟੈਂਟ ਆਈ ਵਾਸ ਜਸਟ ਟਾਕਿੰਗ ਮੈਂ ਕਿਹਾ ਯੂ ਡੋਂਟ ਨੀਡ ਟੂ ਗਿਵ ਐਕਸਪਲੇਨੇਸ਼ਨ ਯਾਰ ਕੋਈ ਮੇਰਾ ਮਤਲਬ ਮੈਂ ਉਹਨੂੰ ਖਰੀਦਿਆ ਨਹੀਂ ਹੈ ਯੂ ਹੈਵ ਆਲ ਦ ਰਾਈਟ ਟੂ ਟਾਕ ਟੂ ਹਿਮ ਐਂਡ if he is ready to give you business you have all the right to take business from him ਮੈਨੂੰ ਤਾਂ ਥੋੜਾ ਜਿਹਾ ਲੱਗਿਆ ਕਿ ਯਾਰ ਇੱਥੇ ਇਹ ਇਸਨੇ ਬੋਲਿਆ ਕਿਉਂ ਇਨ ਦਾ ਫਰਸਟ ਪਲੇਸ ਤਾਂ ਦੈਨ ਆਈ ਰਿਅਲਾਈਜ਼ ਇੱਥੇ ਨਾ ਲੋਕੀ ਉਹ ਰੁਮਾਲ ਰੱਖਣ ਦਾ ਸਿਸਟਮ ਹੈ ਬਸ ਚ ਸੀਟ ਰੁਮਾਲ ਰੱਖਤਾ ਮੇਰੀ ਹੋ ਗਈ ਇੱਦਾਂ ਕਲਾਇੰਟ ਨੂੰ ਵੀ ਇਹ ਕਿੱਥੇ ਨਾ ਕਿੱਥੇ ਸਿਸਟਮ ਸੀ ਤਾਂ ਵੈਨ ਆਈ ਕੇਮ ਫਰਸਟ ਟੂ ਰੀਅਲ ਏਸਟੇਟ ਪੀਪਲ ਵਰ ਲਾਈਕ ਓ ਵੀ ਵਿਲ ਨਾਟ ਸ਼ੇਅਰ ਡਾਟਾ ਵਿਦ ਯੂ ਬਿਕੋਜ਼ ਤੁਸੀਂ ਸਾਡੇ ਕਲਾਇੰਟ ਲੈ ਲੋਗੇ ਜਾਂ ਮੇਰਾ ਕਲਾਇੰਟ ਮੈਂ ਕਿਹਾ ਜਿਹੜਾ ਕਲਾਇੰਟ ਮੇਰੇ ਗੱਲ ਕਰਨ ਨਾਲ ਤੁਹਾਨੂੰ ਛੱਡ ਦਿਓ ਤੁਹਾਡਾ ਸੀ ਨਹੀਂ ਕਦੇ same thing applies to me with my clients also. If my client wants to work with someone else, I mean they are most welcome to take. And मैं बड़े proudly कहता कदे कदे कि मेरे clients ਨੂੰ try कर लो मैं ना number मिलवा दवांगा try them. Even if you offer them money to work with you, no, they will still not work with you. Why? Because again, I think that is something I am proud of, that we have created that kind of value system in their lives. Professionally and personally, that they would still pay us and use our services rather than try to save $5,000, $10,000, $20,000. Avneet ji, that's a great job you're doing, and I know कि ਜਦੋਂ ਤੁਹਾਡੇ ਨਾਲ ਗੱਲਾਂ ਕਰੋ ਨਾ, even now also, it's very deep meaningful ਜੇ ਲੋਕ ਸਮਝਣ, ਕਿਉਂਕਿ ਰੀਅਲ ਏਸਟੇਟ ਇਜ਼ ਅ ਵੈਰੀ ਹੌਟ ਟੋਪਿਕ. ਆਈ ਨੋ ਅੱਜ ਦਾ ਵੀ ਟਾਈਮ ਵੀ ਹੈਵ ਅ ਲਿਟਲ ਰਿਸਟ੍ਰਿਕਟਿਡ, ਸੋ ਜੇ ਇਹਨੂੰ ਅੱਜ ਦੀ ਗੱਲ ਨਾਲ ਕਿਤੇ ਐਂਡ ਕਰਨਾ ਹੋਏ ਤਾਂ ਮੇਰੇ ਵੱਲੋਂ ਦਿਮਾਗ ਦੇ ਵਿੱਚ ਇਹ ਹੋਏਗਾ ਲੋਕਾਂ ਦੇ ਪਰਸਪੈਕਟਿਵ ਤੋਂ. ਇਸ ਵੇਲੇ ਮਾਰਕੀਟ ਫਸੀ ਹੋਈ ਹੈ, ਐਵਰੀਬਡੀ ਕਹਿ ਸਕਦੇ ਹਾਂ ਕਿ ਜਿਨ੍ਹਾਂ ਨੇ ਘਰ ਬੁੱਕ ਕਰਾਏ ਹੋਣਗੇ ਪਹਿਲਾਂ, ਜਾਂ ਇਸ ਵੇਲੇ ਕਿਸੇ ਨੇ ਕਲੋਜ਼ਿੰਗ ਕਰਾਉਣੀ ਹੈ ਜਾਂ ਕਲੋਜ਼ਿੰਗ ਕਰਾਉਣ ਤੋਂ ਪਹਿਲਾਂ ਪ੍ਰੀ ਕੰਸਟਰਕਸ਼ਨ ਦੀ ਹਾਲੇ ਅਗਲੇ ਸਾਲ ਹੈ, ਸੋ ਦੇਰ ਆਲ ਵਰਿਡ. ਵਾਈ ਇਜ਼ ਐਵਰੀਬਡੀ ਵਰਿਡ? ਇਹ ਹੈਸਲ ਕਿਉਂ ਹੈ? ਐਂਡ ਰੀਅਲ ਏਸਟੇਟ ਮਾਰਕੀਟ ਹੁਣ ਕਿਉਂ ਲੋਕ ਬੋਲਦੇ ਆ ਕਿ ਹੁਣ ਕੁਛ ਨਹੀਂ ਬਚਿਆ, ਐਂਡ ਇਟਸ ਵੈਰੀ ਟਾਈਟ, ਇਟਸ ਵੈਰੀ ਕੰਜਕਟਿਡ, ਅਤੇ ਇਹਦੇ 'ਚ ਬਣਨਾ ਕੁਛ ਨਹੀਂ ਹੈ. ਓਨਲੀ ਫॉर ਦੀ ਪੀਪਲ ਹੂ ਆਰ ਲਿਸਨਿੰਗ ਕਿ ਇਸ ਵੇਲੇ ਮਾਰਕੀਟ ਬੜੀ ਖਰਾਬ ਹੈ. I don't disagree with them. ਇਸ ਵੇਲੇ ਮਾਰਕੀਟ ਬਹੁਤ ਟੁੱਟੀ ਹੋਈ ਹੈ. ਬਾਇਰਸ ਦੇ ਲਈ ਗ੍ਰੇਟ ਓਪਰਚੁਨਿਟੀ, ਬਟ ਸੈਲਰਸ ਦੇ ਲਈ ਟੁੱਟੀ ਹੋਈ ਹੈ, ਖਾਸ ਕਰ ਜਿਨ੍ਹਾਂ ਨੇ ਪ੍ਰੀ ਕੰਸਟਰਕਸ਼ਨ ਬੁੱਕ ਕਰਾਇਆ, ਐਂਡ ਆਈ ਐਮ ਬੀਇੰਗ ਵਨ ਆਫ them as well. Lot of people are stuck, but I always say it is always cyclical. ਜੋ ਚੀਜ਼ ਅੱਜ ਥੱਲੇ ਗਈ ਹੈ ਨਾ, ਅੱਜ ਸ਼ਾਮੀ ਮਤਲਬ ਰਾਤ ਹੋਈ ਹੈ ਨਾ, ਤੇ ਸਵੇਰਾ ਵੀ ਹੋਏਗਾ. ਅਗਰ ਇੰਟੈਂਸ਼ਨ ਤੁਹਾਡਾ ਲੌਂਗ ਟਰਮ ਸੀ ਨਾ, ਤਾਂ ਯੂ ਵਿਲ ਨਾਟ ਗੋ ਰੋਂਗ. ਦ ਪੀਪਲ ਹੂ ਆਰ ਗੋਇੰਗ ਰੋਂਗ ਇਜ਼ ਜਿੱਥੇ ਕਿਤੇ ਨਾ ਕਿਤੇ ਇਹ ਇੰਟੈਂਸ਼ਨ ਸੀ ਕਿ ਆਈ ਵਿਲ ਮੇਕ ਅ ਕੁਇਕ ਬਕ ਆਊਟ ਆਫ ਇਟ. ਐਂਡ ਕੋਈ ਵੀ ਚੀਜ਼ ਅਗਰ ਤੁਸੀਂ ਐਕਸਪੈਕਟੇਸ਼ਨ ਸੀ ਕਿ ਕੁਇਕ ਅਪ ਜਾਏਗੀ, ਤਾਂ ਕੁਇਕ ਲੋ ਵਾਸਤੇ ਵੀ ਤੁਹਾਨੂੰ ਰੈਡੀ ਹੋਣਾ ਚਾਹੀਦਾ ਸੀ. ਅਗਰ ਤੁਸੀਂ ਰੈਡੀ ਨਹੀਂ ਹੋ, ਚਲੋ ਮੰਨ ਲਓ, then I think you are stuck, I agree. But then there are ways to undo it. It's okay, like work extra hard. Try to find solutions to problem. I mean, a lot of people I have seen have got creative and are doing it, including myself. So, ਘਬਰਾਉਣ ਨਾਲ ਕੁਛ ਹੋਣਾ ਨਹੀਂ, ਸਿਸਟਮ ਨੂੰ ਬਲੇਮ ਕਰਕੇ ਕੁਛ ਨਹੀਂ ਹੋਣਾ, ਰੀਅਲਟਰ ਨੂੰ ਬਲੇਮ ਕਰਕੇ ਕੁਛ ਨਹੀਂ ਹੋਣਾ, ਮੌਰਗੇਜ ਬ੍ਰੋਕਰ ਨੂੰ ਬਲੇਮ ਕਰਕੇ ਕੁਛ ਨਹੀਂ ਹੋਣਾ. ਜਦ ਪ੍ਰੋਪਰਟੀ ਦੀ ਪ੍ਰਾਈਸ ਥੱਲੇ ਚਲੀ ਜਾਂਦੀ ਹੈ ਤਾਂ ਨਾ ਲੋਕੀ ਫਟਾਫਟ ਆ ਜਾਂਦੇ ਨੇ, ਜੀ ਰੀਅਲਟਰ ਨੇ ਗਲਤ ਦਵਾਤਾ. ਜਦ ਉੱਤੇ ਜਾਂਦੀ ਹੈ ਤਾਂ ਤੁਸੀਂ ਕ੍ਰੈਡਿਟ ਦਿੰਦੇ ਹੋ ਕਿ ਅੱਜ ਮੇਰੇ ਕੋਲ 1 ਮਿਲੀਅਨ ਦੀ ਇਕੁਇਟੀ ਹੈ, ਮੇਰੇ ਰੀਅਲਟਰ ਨੇ ਚੰਗਾ ਕੰਮ ਕੀਤਾ ਸੀ, ਮੇਰੇ ਤੇ ਇਹ ਬਣਦਾ ਹੀ ਨਹੀਂ ਸੀ, ਤਾਂ ਕੋਈ ਨਹੀਂ ਦਿੰਦਾ. ਸੋ ਮਾਈ ਪੁਆਇੰਟ ਇਜ਼ ਅਗੇਨ, ਲਰਨ ਟੂ ਓਨ ਅਪ. ਇਹ ਵਨ ਕੁਆਲਿਟੀ ਜਿਹੜੀ ਤੁਸੀਂ, ਅਗਰ ਮੈਨੂੰ ਲੱਗਦਾ ਹੈ ਹਰ ਬੰਦਾ ਆਪਣੇ ਅੰਦਰ ਲਾ ਦੇਣਾ ਕਿ ਮੇਰੇ ਐਕਸ਼ਨਸ ਔਰ ਮੇਰੀ ਲਾਈਫ ਦੇ ਵਿੱਚ ਜੋ ਹੋ ਰਿਹਾ ਹੈ ਨਾ, ਉਹਦੀ ਰਿਸਪੋਂਸਿਬਿਲਿਟੀ ਮੇਰੀ ਹੈ. ਉਹ ਅਗਰ ਮੈਂ ਕਾਮਯਾਬ ਹਾਂ ਤਾਂ ਮੈਂ ਆਪਣੀ ਦਮ ਤੋਂ ਹਾਂ, ਅਗਰ ਮੈਂ ਫੇਲੀਅਰ ਹਾਂ ਤਾਂ ਮੈਂ ਆਪਣੀ ਦਮ ਤੋਂ ਹਾਂ. ਇੱਦਾਂ ਨਹੀਂ ਕਿ ਕਾਮਯਾਬੀ ਮੇਰੀ ਹੈ, ਫੇਲੀਅਰ ਮੇਰੇ ਨਾਲ ਵਾਲਿਆਂ ਕਰਕੇ ਹੈ. ਐਂਡ ਇਹ ਜਿਹੜਾ ਸਭ ਤੋਂ ਵੱਡਾ ਮੈਂ ਪ੍ਰੋਬਲਮ ਦੇਖੀ ਹੈ ਨਾ ਸਾਡੇ ਲੋਕਾਂ ਦੇ ਵਿੱਚ, ਬਹੁਤ ਵੱਡੀ ਪ੍ਰੋਬਲਮ. ਕਾਮਯਾਬੀ ਸਾਡੀ ਹੈ, ਫੇਲੀਅਰ ਮੇਰੇ ਰੀਅਲਟਰ ਦਾ ਹੈ, ਮੇਰੇ ਮੌਰਗੇਜ ਬ੍ਰੋਕਰ ਦਾ ਹੈ, ਮੇਰੀ ਟਰਕਿੰਗ ਕੰਪਨੀ ਦਾ ਹੈ, ਮੇਰੇ ਬੌਸ ਦਾ ਹੈ, ਮੇਰੀ ਵਾਈਫ ਦਾ ਹੈ, ਮੇਰੇ ਪੇਰੈਂਟਸ ਦਾ ਹੈ, ਮੇਰੇ ਚਾਚਾ ਚਾਚੀ ਦਾ ਹੈ. ਦੈਟ ਇਜ਼ ਰੋਂਗ. ਦੋਨੋਂ ਸਾਈਡ ਆਫ ਕੋਇਨ ਸਾਡੇ. ਅਗਰ ਕਾਮਯਾਬੀ ਤੁਹਾਡੀ ਸੀ ਤਾਂ ਫੇਲੀਅਰ ਵੀ ਤੁਹਾਡਾ ਹੈ. ਓਨ ਅਪ ਟੂ ਇਟ. ਤੁਸੀਂ ਆਪਣੇ ਆਪ ਰੀਜ਼ਨਸ ਕੱਢ ਲੋਗੇ ਉਸ ਤੋਂ ਕਿਵੇਂ ਨੈਵੀਗੇਟ ਕਰਨਾ ਹੈ. ਐਂਡ even if it's a success or if it's a failure, it's
देयर इज अ टाइम लिमिट टू एवरीथिंग। ਤੁਸੀਂ ਉਹ ਟਾਈਮ ਲਿਮਿਟ ਕ੍ਰਾਸ ਕਰ ਗਏ ਨਾ, ਉਹ ਫੇਲਿਅਰ ਸਕਸੈਸ ਚ ਕਨਵਰਟ ਹੋ ਜਾਏਗਾ। ਉਹੀ ਸਕਸੈਸ ਮਤਲਬ ਇਹ ਤੁਹਾਡੇ ਹੱਥ 'ਚ ਹੈ, ਹਾਊ ਯੂ ਥਿੰਕ, ਹਾਊ ਯੋਰ ਮਾਈਂਡਸੈਟ ਵਰਕਸ। ਐਂਡ ਜਿਵੇਂ ਮੈਂ ਹਮੇਸ਼ਾ ਕਹਿੰਦਾ, ਯੋਰ ਮਾਈਂਡ ਇਜ਼ ਅ ਗੋਲਡ ਮਾਈਨ। ਇਹਨੂੰ ਪ੍ਰੋਟੈਕਟ ਕਰੋ। ਇਹਨੂੰ ਪ੍ਰੋਟੈਕਟ ਕਰਨ ਲਈ ਬੀ ਵੈਰੀ ਕੇਅਰਫੁਲ ਵਾਟ ਯੂ ਆਰ ਫੀਡਿੰਗ ਇਨਟੂ ਇਟ। ਚਾਹੇ ਤੁਹਾਡੀ ਫੇਸਬੁੱਕ ਫੀਡ ਹੋਏ, ਭਾਵੇਂ ਇੰਸਟਾ ਫੀਡ ਹੋਏ, ਭਾਵੇਂ ਟਿਕਟੋਕ ਫੀਡ ਹੋਏ, ਭਾਵੇਂ ਤੁਹਾਡਾ ਫੈਮਿਲੀ ਹੋਏ, ਭਾਵੇਂ ਤੁਹਾਡਾ ਫਰੈਂਡ ਸਰਕਲ ਹੋਏ। ਅਗਰ ਤੁਹਾਡੇ ਸਰਕਲ ਦੇ ਵਿੱਚ ਉਹੀ ਗੱਲਾਂ ਹੋ ਰਹੀਆਂ ਨਾ ਹਰ ਵੇਲੇ, ਤੁਸੀਂ ਉਹੀ ਸੋਚੋਗੇ। ਜਦ ਤੱਕ ਤੁਸੀਂ ਫਰੈਸ਼ ਪਰਸਪੈਕਟਿਵ ਨਹੀਂ ਦਿਓਗੇ ਆਪਣੇ ਮਾਈਂਡ ਨੂੰ, ਯੂ ਵਿਲ ਨਾਟ be able to think in a different direction. And you are great at thinking at a different level. Good luck to you, Avneet ji. Thank you so much ਅੱਜ ਦੇ ਲਈ ਟਾਈਮ ਦੇਣ ਲਈ। And I have heard a lot about your brother. ਸੋ ਨੈਕਸਟ ਐਪੀਸੋਡ ਮੈਂ ਉਹਨਾਂ ਦੀ ਸਟਰਗਲ ਕੀ ਸੀ, ਹੈ ਨਾ, ਉਹ ਕਿਸ ਤਰ੍ਹਾਂ ਹੀ ਵਾਜ਼ ਪ੍ਰੇਇੰਗ ਫॉर ਯੂ, ਦੀ ਗੱਲ ਕਰਾਂਗੇ। ਐਂਡਿੰਗ ਅਪ ਦਿਸ ਕਨਵਰਸੇਸ਼ਨ ਵਿਦ ਅ ਪਰਸਨਲ ਕੁਐਸਚਨ, ਆਖਰੀ ਸਵਾਲ ਜੀ। ਬਾਰ-ਬਾਰ ਤੁਸੀਂ ਆਪਣੇ ਬ੍ਰਦਰ ਦਾ ਜ਼ਿਕਰ ਕੀਤਾ ਜੀ। 2 ਬ੍ਰਦਰਸ, ਜੋ ਮੈਂ ਵੀ, ਮਾਈ ਫਾਦਰ, ਉਹ ਵੀ 2 ਬ੍ਰਦਰ ਨੇ। ਸੋ ਦੇ ਆਰ ਲਾਈਕ ਪਿਲਰ। ਅੱਜ ਅਸੀਂ ਸੁਣਦੇ ਹਾਂ ਤਾਂ ਕਹਿੰਦੇ ਜੀ ਭਰਾਵਾਂ 'ਚ ਲੜਾਈ ਹੋ ਗਈ, ਭਰਾਵਾਂ ਦੀ ਬਣਦੀ ਨਹੀਂ ਹੈ, ਭਰਾ ਇਕੱਠੇ ਨਹੀਂ ਰਹਿੰਦੇ, ਪ੍ਰੋਪਰਟੀ ਦਾ ਰੌਲਾ ਚੱਲਦਾ ਹੈ। ਸਭ ਤੋਂ ਜ਼ਿਆਦਾ ਪ੍ਰੋਪਰਟੀ ਦਾ ਰੌਲਾ 2 ਬ੍ਰਦਰਸ 'ਚ ਹੁੰਦਾ ਹੈ। ਹਾਊ ਯੂ ਆਰ ਪਿਲਰ ਐਂਡ ਵਾਈ ਪੀਪਲ ਆਰ ਲੈਕਿੰਗ ਟੂ ਇੰਜੋਏ ਦ ਬ੍ਰਦਰਹੁੱਡ? ਲਾਸਟ ਕੁਐਸਚਨ। ਲੋਕਾਂ ਦਾ ਮੈਨੂੰ ਨਹੀਂ ਪਤਾ, ਮੈਂ ਆਪਣੇ ਬਾਰੇ ਅਸੀਂ ਕਹਿ ਸਕਦੇ ਹਾਂ। ਆਈ ਥਿੰਕ our bond goes far beyond money. That's what I feel. Touch wood. ਮੈਨੂੰ ਨਹੀਂ ਲੱਗਦਾ ਕਿ, ਮੈਨੂੰ ਹਰ ਚੀਜ਼ ਲੱਗਦਾ ਹੈ ਕਿ ਦੁਨਿਆਵੀ ਹੀ ਹੈ। if I have him with me, ਮੈਨੂੰ ਪਤਾ ਹੈ ਕਿ we can do anything together again. ਮਤਲਬ ਅਗਰ ਅੱਜ ਸਾਡੇ ਤੋਂ ਸਾਰਾ ਕੁਝ ਛਿਨ ਵੀ ਜਾਏਗਾ ਨਾ, if we are at zero again, I know we can build up again just by being him around. ਉਹ ਜਿਹੜਾ mental support ਹੈ ਨਾ, ਉਹਦੀ ਕੋਈ ਵੈਲਿਊ ਨਹੀਂ ਹੈ। And I can say that for both of us, particularly for myself. I think he has played a very, very important and vital role in my life. So I can't think anything without him. So again, ਲੋਕਾਂ ਦਾ ਕੀ ਹੁੰਦਾ ਹੈ, I don't know. ਪਰ ਭਰਾਵਾਂ ਦੀ ਬਣਦੀ ਨਹੀਂ ਹੈ, ਤੁਹਾਡੀ ਬਣੀ ਕਿੱਦਾਂ? ਇਹਦੇ ਨਾਲ ਖਤਮ ਕਰ ਯਾਰ, ਸਾਡੇ ਕੋਲ ਕੁਝ ਸੀ ਨਹੀਂ ਨਾ। ਦੇਖੋ, ਮੈਂ ਜਨਰਲੀ ਨੋਟ ਕੀਤਾ ਕਿੱਥੇ ਨਹੀਂ ਬਣਦੀ। ਤੁਸੀਂ ਦੇਖੋ, ਮੁਕੇਸ਼ ਐਂਡ ਅਨਿਲ, ਰਈਸ ਲੋਕਾਂ ਦੇ ਬੱਚਿਆਂ ਦੀ ਨਹੀਂ ਬਣਦੀ ਕਿਉਂਕਿ ਉਹਨਾਂ ਦੇ ਕੋਲ ਆਲਰੇਡੀ ਇੰਨਾ ਹੁੰਦਾ। ਜਿਹਦੇ ਕੋਲ ਕੁਝ ਹੈ ਹੀ ਨਹੀਂ, ਜੋ ਬੰਦੇ ਜ਼ੀਰੋ ਤੋਂ ਸਟਾਰਟ ਕਰ ਰਹੇ ਨੇ, ਉਹਨਾਂ ਦੇ ਕੋਲ ਨਾ ਘਰੇ ਕੁਝ ਸੀ, ਨਾ ਪ੍ਰੋਪਰਟੀਆਂ, ਨਾ ਲੈਂਡ, ਨਾ ਜੂਲਰੀ। ਵੈਨ ਯੂ ਹੈਵ ਨਥਿੰਗ ਟੂ ਲੂਜ਼, then you start valuing your partner, right? then किस चीज़ से लड़ाई करांगे? कुछ है ही नहीं। अच्छा, तू ले गया, तू भी जीरो ले गया, मैं भी जीरो ले गया, दोनों माइनस से चल के फिर प्लस आ जाएंगे। तो उस तो चंगा है कि नाल कम करो। I think maybe I have never had that, so I would not know. But maybe शायद लड़ाई उत्थे होंदी होए जिथे ऑलरेडी पैसा है एंड लोकां दी निगाह एक दूजे वास्ते। साडे विच सानू ये लग्या कि ਜਿਵੇਂ ਮੈਂ ਆਪਣਾ ਐਗਜ਼ਾਮਪਲ ਦਿੱਤਾ ਇੰਜੀਨੀਅਰਿੰਗ ਦਾ, ਮਤਲਬ ਹੀ ਹੈਜ਼ ਆਲਵੇਜ਼ ਬੀਨ ਅ ਵੈਰੀ ਸਟਰੋਂਗ ਪਿਲਰ ਇਨ ਮਾਈ ਲਾਈਫ। ਮਤਲਬ ਮੈਂ ਅੱਖਾਂ ਬੰਦ ਕਰਕੇ ਵਿਸ਼ਵਾਸ ਹਰ ਚੀਜ਼ ਵਾਸਤੇ, ਮਤਲਬ ਆਈ ਡੋਂਟ ਹੈਵ ਟੂ ਥਿੰਕ, ਲਾਈਕ ਇਟਸ ਵੈਰੀ ਨੈਚੁਰਲ। ਕਦੇ ਕਦੇ ਤੇ ਇੱਦਾਂ ਹੁੰਦਾ ਹੈ, ਮਤਲਬ ਘਰੇ ਵੀ ਡਿਸਕਸ਼ਨ ਹੁੰਦਾ ਨਾ, ਸਾਡੀ ਵਾਈਫਸ ਆਰ ਲਾਈਕ, we don't know why you married us. Like they are still your first preference, and I'm like, yeah, that doesn't make you any less. I mean, you have your own place, but he has his own place. Nice. So बस नज़र ना लगे किसी दी। मैनू यही है कि बाकी दुनिया जाने, we try, ਸਾਨੂੰ ਟਰਾਈ ਨਹੀਂ ਕਰਨਾ ਪੈਂਦਾ, ਮਤਲਬ ਨਾ ਇਟ ਇਜ਼ ਹਾਊ ਇਟ ਇਜ਼। ਵੈਰੀ ਨਾਈਸ। ਸੋ ਅਵਨੀਤ ਜੀ, ਤੁਹਾਨੂੰ, ਤੁਹਾਡੇ ਬ੍ਰਦਰ ਨੂੰ, ਤੁਹਾਡੀ ਪੂਰੀ ਫੈਮਿਲੀ ਨੂੰ ਗੁੱਡ ਲੱਕ, ਬੈਸਟ ਵਿਸ਼ੇਸ ਸਾਡੇ ਸਾਈਡ ਤੋਂ, ਐਂਡ ਯੂ ਆਰ ਡੂਇੰਗ ਐਨ ਅਮੇਜ਼ਿੰਗ ਜੌਬ। ਕੀਪ ਇਟ ਅਪ। ਸੀ ਯੂ ਨੈਕਸਟ ਟਾਈਮ ਅਗੇਨ, ਹੋਪਫੁਲੀ, ਐਂਡ ਈਵਨ ਵਿਦ ਯੋਰ ਬ੍ਰਦਰ ਅਸੀਂ ਇੱਕ ਲੰਬੀ ਕਨਵਰਸੇਸ਼ਨ ਜ਼ਰੂਰ ਕਰਾਂਗੇ। ਪਰ ਅੱਜ ਦੇ ਪੋਡਕਾਸਟ ਤੋਂ ਆਈ ਹੋਪ ਕਿ ਲੋਕ ਸਕਸੈਸ ਨੂੰ ਸੁਣ ਕੇ ਆਪਣੀ ਮਾਈਂਡ ਸੈਟ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰਨ, ਕਿਉਂਕਿ ਦੇਅਰ ਦ ਗੇਮ ਰਿਲਾਈਜ਼। ਥੈਂਕ ਯੂ ਸੋ ਮਚ। ਥੈਂਕ ਯੂ ਹਰਸਿਮਰਨ ਜੀ ਫॉर ਹੈਵਿੰਗ ਮੀ। ਐਂਡ ਔਨ ਦ ਲਾਸਟ ਨੋਟ, ਜੋ ਤੁਸੀਂ ਕਿਹਾ ਸਕਸੈਸ, ਮੈਂ ਕਹਿੰਦਾ ਸਕਸੈਸ ਦੀ ਡੈਫੀਨੇਸ਼ਨ ਬਹੁਤ ਵੇਰੀਡ ਕਰਦੀ ਹੈ ਹਰ ਬੰਦੇ ਦੇ ਲਈ। ਇਟਸ ਨਾਟ ਜਸਟ ਅਬਾਊਟ ਮੇਕਿੰਗ ਮਨੀ। ਕਿਸੇ ਲਈ ਸਕਸੈਸ ਹੈ ਕਿ ਮੈਂ ਆਪਣੀ ਫੈਮਿਲੀ ਨੂੰ ਟਾਈਮ ਦੇ ਪਾ ਰਿਹਾ, ਤਾਂ ਮੈਨੂੰ ਨਹੀਂ ਲੱਗਦਾ ਅਗਰ ਤੁਸੀਂ ਮੈਨੂੰ ਸਕਸੈਸ ਸਟੋਰੀ ਕਹੋਗੇ, ਆਈ ਐਮ ਯੈਟ ਅ ਸਕਸੈਸ ਸਟੋਰੀ। ਨੋ, ਆਈ ਡੋਂਟ ਥਿੰਕ ਸੋ। ਦੇਰ ਇਜ਼ ਅ ਲੋਟ ਦੈਟ ਵੀ ਕੈਨ ਸਟਿਲ ਡੂ, ਬਟ if I could be even a drop of water
to motivate them to think in the right direction. I mean, I feel blessed to be a part, and thank you for giving me this opportunity here. Always welcome, Abdul ji. Thank you so much. Thank you ji.